सिद्धू मूसेवाला कतलकांड 'ਚ ਹੁਣ ਪੰਜਾਬ ਦੇ ਵੱਡੇ ਸਿੰਗਰਾਂ ਤੋਂ ਹੋਏਗੀ ਪੁੱਛਗਿੱਛ। ਸੂਤਰਾਂ ਮੁਤਾਬਕ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਪੰਜਾਬ ਪੁਲਿਸ ਜਲਦ ਕਰੇਗੀ ਸਵਾਲ ਜਵਾਬ। ਕੈਨੇਡਾ ਦੇ ਮਿਸਿਸਾਗਾ 'ਚ 21 ਸਾਲਾ ਪੰਜਾਬੀ ਲੜਕੀ ਦਾ ਕਤਲ। ਗੈਸ ਸਟੇਸ਼ਨ ਦੇ ਬਾਹਰ ਮਾਰੀਆਂ ਗਈਆਂ ਗੋਲੀਆਂ, ਮੌਕੇ ਤੇ ਹੀ ਤੋੜਿਆ ਦਮ। ਸੁਖਜਿੰਦਰ ਰੰਧਾਵਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ। ਰਾਜਸਥਾਨ ਕਾਂਗਰਸ ਦੇ ਇੰਚਾਰਜ ਨਿਯੁਕਤ। ਰੰਧਾਵਾ ਬੋਲੇ, ਹਾਈਕਮਾਨ ਦੀਆਂ ਉਮੀਦਾਂ ਤੇ ਉਤਰਾਂਗਾ ਖਰਾ। ਐਗਜ਼ਿਟ ਪੋਲਸ 'ਚ ਗੁਜਰਾਤ 'ਚ ਵੱਡੇ ਬਹੁਮਤ ਨਾਲ ਬੀਜੇਪੀ ਦੀ ਵਾਪਸੀ ਦਾ ਅਨੁਮਾਨ, ਪਰ ਹਿਮਾਚਲ 'ਚ ਕਾਂਗਰਸ ਤੇ ਬੀਜੇਪੀ ਵਿਚਾਲੇ ਸਖਤ ਮੁਕਾਬਲਾ। ਦਿੱਲੀ ਐਮਸੀਡੀ 'ਚ ਆਮ ਆਦਮੀ ਪਾਰਟੀ ਦੀ ਹੋ ਸਕਦੀ ਹੈ ਸ਼ਾਨਦਾਰ ਜਿੱਤ। ਡਰੱਗ ਤਸਕਰੀ ਨੂੰ ਲੈ ਕੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਵੱਡਾ ਬਿਆਨ। ਕਿਹਾ, ਵੱਡੀਆਂ ਮੱਛੀਆਂ ਨੂੰ ਫੜਨ ਏਜੰਸੀਆਂ, ਤਸਕਰਾਂ ਦੇ ਸਰਗਨਾ ਤੱਕ ਕੱਸਿਆ ਜਾਏ ਸ਼ਿਕੰਜਾ। ਅੱਜ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏਗਾ ਪਟਨਾ ਸਾਹਿਬ ਦਾ ਪੂਰਾ ਪ੍ਰਬੰਧਕੀ ਬੋਰਡ। ਜਥੇਦਾਰ ਦੇ ਅਹੁਦੇ ਅਤੇ ਬੋਰਡ ਤੇ ਚੱਲ ਰਹੇ ਵਿਵਾਦ ਨੂੰ ਲੈ ਕੇ ਕੀਤਾ ਗਿਆ ਹੈ ਤਲਬ। ਫਿਲਹਾਲ ਰਣਜੀਤ ਸਿੰਘ ਗੌਹਰ ਅਤੇ ਇਕਬਾਲ ਸਿੰਘ ਨੂੰ ਸੇਵਾ ਤੋਂ ਰੱਖਿਆ ਗਿਆ ਹੈ ਦੂਰ। ਅੱਜ ਫਿਰ ਐਸਆਈਟੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਸਾਬਕਾ ਡੀਜੀਪੀ ਸੁਮੇਧ ਸੈਣੀ। ਖਰਾਬ ਸਿਹਤ ਦਾ ਦਿੱਤਾ ਹਵਾਲਾ। ਇਸ ਤੋਂ ਪਹਿਲਾਂ 29 ਨਵੰਬਰ ਨੂੰ ਵੀ ਪੇਸ਼ ਨਹੀਂ ਹੋਏ ਸੀ ਸੈਣੀ। ਗੁਰਦਾਸਪੁਰ ਤੋਂ ਕਾਂਗਰਸ ਵਿਧਾਇਕ ਵਰਿੰਦਰਮੀਤ ਪਾੜਾ ਤੋਂ ਅੱਜ ਵਿਜੀਲੈਂਸ ਕਰੇਗੀ ਪੁੱਛਗਿੱਛ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਹੋਣਗੇ ਸਵਾਲ ਜਵਾਬ। ਲੁਧਿਆਣਾ ਟਰਾਂਸਪੋਰਟ ਟੈਂਡਰ ਘੁਟਾਲੇ ਦੇ ਵਿੱਚ ਫੂਡ ਸਪਲਾਈ ਵਿਭਾਗ ਦਾ ਸਾਬਕਾ ਡਿਪਟੀ ਡਾਇਰੈਕਟਰ ਭਗੌੜਾ ਕਰਾਰ। ਰਾਕੇਸ਼ ਸਿੰਗਲਾ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਵੀ ਤਿਆਰੀ। ਠੇਕੇਦਾਰ ਤੋਂ ਕਰੀਬ 20 ਲੱਖ ਦੀ ਰਿਸ਼ਵਤ ਲੈਣ ਦਾ ਇਲਜ਼ਾਮ। ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ। 5ਵਾਂ ਰੈਂਕ ਹਾਸਲ ਕਰਨ ਵਾਲੀ ਸੁਨੀਤਾ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ। ਮਾਮਲੇ ਦੇ ਵਿੱਚ ਹੁਣ ਤੱਕ 10 ਲੋਕਾਂ ਤੇ ਕੱਸਿਆ ਗਿਆ ਹੈ ਸ਼ਿਕੰਜਾ। ਬੇਅਦਬੀ ਮਾਮਲੇ 'ਚ ਪੰਜਾਬ ਸਰਕਾਰ ਨੂੰ ਹਾਈ ਕੋਰਟ ਦਾ ਹੁਕਮ। ਕਿਹਾ, ਰਾਮ ਰਹੀਮ ਨੂੰ ਮਾਮਲੇ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਤੇ ਚਾਲਾਨ ਸੌਂਪੇ ਜਾਣ। ਪੰਜਾਬ ਸਰਕਾਰ ਦੇ ਵਕੀਲ ਨੇ ਦਰਜ ਕਰਵਾਇਆ ਵਿਰੋਧ। ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਆਸ਼ੀਸ਼ ਮਿਸ਼ਰਾ ਖਿਲਾਫ ਚੱਲੇਗਾ ਮੁਕੱਦਮਾ। ਅਦਾਲਤ ਨੇ ਨਾਮ ਹਟਾਉਣ ਦੀ ਅਰਜ਼ੀ ਕੀਤੀ ਰੱਦ। ਹੁਣ ਆਸ਼ੀਸ਼ ਖਿਲਾਫ ਦੋਸ਼ ਕੀਤੇ ਜਾਣਗੇ ਆਇਦ। ਭਾਰਤ ਪਾਕਿਸਤਾਨ ਸਰਹੱਦ ਨੇੜੇ ਫਿਰ ਤੋਂ ਮਿਲਿਆ ਨਸ਼ਾ। ਤਰਨਤਾਰਨ ਦੇ ਸਰਹੱਦੀ ਪਿੰਡ ਕਾਲੀਆ 'ਚ 2.5 ਕਿਲੋ ਹੈਰੋਇਨ ਬਰਾਮਦ। ਡਰੋਨ ਜ਼ਰੀਏ ਭਾਰਤ ਵਾਲੇ ਪਾਸੇ ਸੁੱਟਿਆ ਗਿਆ ਹੈ ਨਸ਼ਾ। ਰੋਹਤਕ ਦੀ ਸੁਸਾਇਟੀ 'ਚ 6ਵੀਂ ਮੰਜ਼ਿਲ ਤੋਂ ਟੁੱਟ ਕੇ ਡਿੱਗੀ ਲਿਫਟ। ਕਈ ਘੰਟਿਆਂ ਤੱਕ ਫਸੇ ਰਹੇ 14 ਲੋਕ। ਕਰੜੀ ਮੁਸ਼ੱਕਤ ਤੋਂ ਬਾਅਦ ਸਭ ਨੂੰ ਸੁਰੱਖਿਅਤ ਕੱਢਿਆ ਬਾਹਰ। सत श्री अकाल, मैं अर्शदीप संधू, न्यूज़ 18 पंजाब देख रहे दर्शकों का स्वागत है। सिद्धू मूसेवाला कतलकांड ते वड्डी खबर है। हुण पंजाब दे वड्डे नामी सिंगरां तो पुछगिछ होएगी, जल्द पुछगिछ होएगी। बब्बू मान ते मनकीरत औलख तो सवाल जवाब कीते जाणगे। मानसा पुलिस दोहां तो पुछगिछ करेगी। कई सारे होर म्यूजिक इंडस्ट्री नाल, फिल्म इंडस्ट्री नाल जुड़े लोकां तो भी पुछगिछ करन दी पंजाब पुलिस तैयारी कर रही है, मानसा पुलिस तैयारी कर रही है। सीनियर अधिकारियों तो हरी झंडी का इंतजार है। विक्की मिट्टू खेड़ा ते भरा अजयपाल तो भी शुक्रवार ਨੂੰ 1 घंटे तक सवाल जवाब ਕੀਤੇ ਗਏ ਸੀ। ਮੁੜ ਤੋਂ ਵੀ ਅਜੇਪਾਲ ਤੋਂ ਪੁੱਛਗਿੱਛ ਹੋਏਗੀ। ਮਾਨਸਾ ਪੁਲਿਸ ਨੂੰ ਸੀਨੀਅਰ ਅਫਸਰਾਂ ਤੋਂ ਹਰੀ ਝੰਡੀ ਮਿਲਣ ਦਾ ਇੰਤਜ਼ਾਰ ਹੈ। ਕਈ ਨਾਮੀ ਸਿੰਗਰ ਪੁਲਿਸ ਦੀ ਰਡਾਰ ਤੇ ਨੇ। ਕਈ ਨਾਮੀ ਸਿੰਗਰਾਂ ਤੋਂ ਪੁੱਛਗਿੱਛ ਕੀਤੀ ਜਾਏਗੀ, ਜਿਨ੍ਹਾਂ ਦੇ ਵਿੱਚ ਬੱਬੂ ਮਾਨ ਤੇ ਮਨਕੀਰਤ ਔਲਖ ਦਾ ਨਾਮ ਸ਼ਾਮਲ ਹੈ। ਲਗਾਤਾਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪੰਜਾਬੀ 뮤직 ਇੰਡਸਟਰੀ ਨਾਲ ਜੁੜੇ ਲੋਕਾਂ ਤੇ ਸਵਾਲ ਚੁੱਕਦੇ ਰਹੇ ਨੇ। ਬਿਨਾਂ ਨਾਮ ਲਏ ਉਹਨਾਂ ਨੇ ਕਈ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ 뮤직 ਇੰਡਸਟਰੀ ਦੇ ਲੋਕ ਇਸ ਕਤਲ ਦੇ ਪਿੱਛੇ ਨੇ। ਕਤਲ ਕਰਨ ਵਾਲੇ ਸ਼ੂਟਰ ਤਾਂ ਗ੍ਰਿਫਤਾਰ ਹੋ ਗਏ, ਲੇਕਿਨ ਕਿਸ ਦੇ ਕਹਿਣ ਤੇ ਇਹ ਕਤਲ ਕੀਤਾ ਗਿਆ ਉਹਨਾਂ ਲੋਕਾਂ ਦਾ ਪਤਾ ਲੱਗਣਾ ਚਾਹੀਦਾ। ਇਸ ਨੂੰ ਲੈ ਕੇ ਲਗਾਤਾਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਵਾਲ ਚੁੱਕਦੇ ਰਹੇ ਨੇ। ਪੁਲਿਸ ਨੂੰ ਉਹਨਾਂ ਨੇ ਕਈ ਸਾਰੇ ਨਾਮ ਵੀ ਦਿੱਤੇ ਸੀ, ਹਾਲਾਂਕਿ ਮੀਡੀਆ 'ਚ ਖੁੱਲ੍ਹ ਕੇ ਉਹਨਾਂ ਨੇ ਨਾਮਾਂ ਦਾ ਜ਼ਿਕਰ ਨਹੀਂ ਕੀਤਾ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਪੁਲਿਸ ਨੂੰ ਅਲਟੀਮੇਟਮ ਵੀ ਦੇ ਦਿੱਤਾ ਸੀ। ਉਸ ਤੋਂ ਬਾਅਦ ਡੀਜੀਪੀ ਦੇ ਨਾਲ ਮੁਲਾਕਾਤ ਕੀਤੀ। ਡੀਜੀਪੀ ਦੇ ਅੱਗੇ ਫਿਰ ਕਾਫੀ ਕੁਝ ਉਹਨਾਂ ਨੇ ਆਪਣਾ ਪੱਖ ਰੱਖਿਆ, ਜਿਸ ਤੋਂ ਬਾਅਦ ਹੁਣ ਕਈ ਨਾਮੀ ਸਿੰਗਰ ਪੁਲਿਸ ਦੇ ਰਡਾਰ ਤੇ ਨੇ। ਕਈ ਸਾਰੇ ਨਾਮੀ ਸਿੰਗਰਾਂ ਤੋਂ, 뮤직 ਇੰਡਸਟਰੀ ਦੇ, ਪੰਜਾਬੀ ਫਿਲਮ ਇੰਡਸਟਰੀ ਦੇ ਲੋਕਾਂ ਤੋਂ ਪੁੱਛਗਿੱਛ ਹੋ ਸਕਦੀ ਹੈ। ਕਈ ਸਾਰੇ ਫਿਲਮ ਪ੍ਰੋਡਿਊਸਰਾਂ ਦੇ ਵੀ ਲਿਸਟ ਦੇ ਵਿੱਚ ਨਾਮ ਨੇ।
ਤਾਂ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਹੁਣ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕਾਂ ਤੋਂ ਪੁੱਛਗਿੱਛ ਹੋਣ ਜਾ ਰਹੀ ਹੈ। ਲਗਾਤਾਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇਸ ਦੀ ਮੰਗ ਵੀ ਕਰਦੇ ਰਹੇ ਨੇ। ਤਾਂ ਸ਼ੂਟਰ ਹੁਣ ਤੱਕ गिरफ्तार हो चुके ने। शूटरां ते शिकंजा कसिया गया। बहुत सारियां गिरफ्तारियां इस मामले च हुईयां ने, लेकिन सिद्धू मूसेवाला के पिता म्यूजिक इंडस्ट्री के लोगों ते लगातार सवाल चुकते रहे ने। मनोज राठी साडे सहयोगी जुड़ चुके ने। मनोज, बलकौर सिंह लगातार इस गल का जिक्र करते रहे ने कि शूटर भावें गिरफ्तार हो गए ने, मास्टरमाइंड गिरफ्त चों बाहर ने। कतल किस दे वल्लों करवाया गया, किस दे कहण ते होया, म्यूजिक इंडस्ट्री के लोग इस दे पिछे ने, होर लोग इस दे नाल जुड़े हुए ने। सफेद पोशां का जिक्र करते रहे ने सिद्धू मूसेवाला दे पिता। ते हुण किते ना किते उसे ली ते कह सकते हैं कि पुलिस की जांच अगे वध रही है कि म्यूजिक इंडस्ट्री के लोगों तो हुण पुछगिछ होएगी। की कुछ तुहाडे कोल पूरी जानकारी? बिल्कुल बिल्कुल अर्शदीप, जिदा तुसी भी जिक्र कर रहे हो कि कई चीज़ां इहदे विच इन्वेस्टिगेशन सामने आई है। शार्प शूटर फड़े गए, ਜਿਹੜੇ ਵੀ ਇਹ ਪਲੈਨਿੰਗ ਹੋਈ, ਰੈਕੀ ਹੋਈ, ਜਿਸ ਤਰ੍ਹਾਂ ਦੀ ਚੀਜ਼ਾਂ ਹੋਈ, ਇਹ ਸਾਰੇ ਪੰਜਾਬ ਪੁਲਿਸ ਵੱਲੋਂ ਜਿਹੜੇ ਹੈਗੀ ਆ ਦਿੱਲੀ ਦੀ ਸਪੈਸ਼ਲ ਸੈੱਲ ਵੱਲੋਂ ਗ੍ਰਿਫਤਾਰ ਕੀਤੇ ਗਏ। ਲੇਕਿਨ ਉਸ ਤੋਂ ਬਾਵਜੂਦ ਜਿਹੜੇ ਬਲਕੌਰ ਸਿੰਘ ਨੇ, ਸਿੱਧੂ ਮੂਸੇਵਾਲੇ ਦੇ ਫਾਦਰ, ਉਹ ਕਿਤੇ ਨਾ ਕਿਤੇ ਇਲਜ਼ਾਮ ਜ਼ਰੂਰ ਲਾਉਂਦੇ ਨਜ਼ਰ ਆਏ ਪੰਜਾਬ ਸਰਕਾਰ ਤੇ ਵੀ, ਪੰਜਾਬ ਪੁਲਿਸ ਤੇ ਵੀ, ਕਿ ਜਿਹੜੇ ਮਾਸਟਰਮਾਈਂਡ ਨੇ, ਜਿਹੜੇ ਵੱਡੇ ਮਗਰਮੱਛ ਨੇ, ਉਹ ਹਜੇ ਤੱਕ ਬਾਹਰ ਨੇ, ਗ੍ਰਿਫਤ ਤੋਂ ਬਾਹਰ ਨੇ। ਉਹਨਾਂ ਨੂੰ ਪੁਲਿਸ ਕਿਉਂ ਨਹੀਂ ਫੜਦੀ, ਉਹਨਾਂ ਨੂੰ ਪੰਜਾਬ ਸਰਕਾਰ ਕਿਉਂ ਨਹੀਂ ਫੜਦੀ? ਕਈ ਉਹਨਾਂ ਨੇ ਨਾਂ ਵੀ ਲਿਖ ਕੇ ਦਿੱਤੇ ਸੀ, ਡੀਜੀਪੀ ਨੂੰ ਖੁਦ ਮਿਲੇ, ਕਈ ਨਾਂ ਉਹਨਾਂ ਨੇ ਜਿਹੜੇ ਹੈਗੇ ਡੀਜੀਪੀ ਨੂੰ ਲਿਖ ਕੇ ਦਿੱਤੇ। ਹਾਲਾਂਕਿ ਮੀਡੀਆ ਸਾਹਮਣੇ ਉਹ ਨਾਂ ਉਹਨਾਂ ਨੇ ਉਜਾਗਰ ਨਹੀਂ ਕੀਤੇ, ਲੇਕਿਨ ਆਪਣੇ ਸਪੀਚ ਆਪਣੀ ਜਿਹੜੀ ਮਿਲਣੀ ਹੁੰਦੀ ਹੈ ਉਹਦੇ ਵਿੱਚ ਕਈ ਇੰਡਾਇਰੈਕਟ ਜਿਹੜਾ ਹੈਗਾ ਉਹ ਲੋਕਾਂ ਦਾ ਨਾਂ ਵੀ ਦਿੱਤਾ ਗਿਆ। ਨਾਮੀ ਸਿੰਗਰਾਂ ਦਾ ਵੀ ਬਾਰੇ ਇੰਡਾਇਰੈਕਟ ਕਿਹਾ ਗਿਆ ਕਿ ਹੋਮਲੈਂਡ 'ਚ ਬੈਠੇ ਸਾਰੇ ਨੇ, ਜਿੱਥੇ ਸਾਰਾ ਰੈਕਟ ਚੱਲਦਾ ਹੈ। ਹੋਮਲੈਂਡ ਕਿੱਥੇ ਹੈ? ਮੋਹਾਲੀ, ਜਿੱਥੇ ਨਾਮੀ ਸਿੰਗਰ ਰਹਿੰਦੇ ਆ। ਵਿੱਕੀ ਮਿੱਠੂ ਖੇੜਾ ਦੇ ਭਰਾ ਦਾ ਵੀ ਨਾਂ ਲਿੱਤਾ ਗਿਆ ਸੀਗਾ ਪਿਛਲੀ ਸਪੀਚ 'ਚ ਕਿ ਅਜੇਪਾਲ ਹੁਣ ਕਿੱਥੇ ਗਿਆ, ਹੁਣ ਉਹਦੀ ਕੋਈ ਵੀਡੀਓ ਨਹੀਂ ਆਂਦੀ, ਹੁਣ ਉਹਦੀ ਕੋਈ ਵਰਡਿੰਗ ਨਹੀਂ ਆਂਦੀ, ਹੁਣ ਉਹਦੀ ਕੋਈ ਸਪੀਚ ਨਹੀਂ ਆਂਦੀ। ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਲਾਏ ਗਏ ਸੀਗੇ ਤੇ 1 ਮਹੀਨੇ ਦਾ ਅਲਟੀਮੇਟਮ ਵੀ ਜਿਹੜਾ ਹੈਗਾ ਬਲਕੌਰ ਸਿੰਘ ਵੱਲੋਂ ਦਿੱਤਾ ਗਿਆ ਸੀਗਾ ਕਿ ਸਿੱਧੂ ਮੂਸੇਵਾਲੇ ਦੇ ਅਸਲ ਜਿਹੜੇ ਮੁਲਜ਼ਮ ਨੇ ਜੇਕਰ ਨਹੀਂ ਫੜੇ ਗਏ ਤਾਂ ਉਹ ਵੱਡਾ ਸਟੈਪ ਲੈਣਗੇ। ਤੇ ਹੁਣ ਇਹ ਕਹਿ ਸਕਦੇ ਹਾਂ ਕਿ ਇੱਕ ਵੱਡਾ ਜਿਹੜਾ ਪੁਲਿਸ ਦਾ ਐਕਸ਼ਨ ਜ਼ਰੂਰ ਵੇਖਣ ਨੂੰ ਮਿਲ ਰਿਹਾ ਕਿ ਇੱਕ ਜਿਹੜੇ ਟੌਪ ਸੋਰਸ ਦੀ ਜਾਣਕਾਰੀ ਦੇ ਰਹੇ ਕਿ ਇੱਕ ਲਿਸਟ ਤਿਆਰ ਕੀਤੀ ਗਈ ਹੈ। ਉਹ ਲਿਸਟ ਜਿਹਦੇ ਵਿੱਚ ਨਾਮੀ ਸਿੰਗਰ ਨੇ, ਪੰਜਾਬੀ ਫਿਲਮ ਪ੍ਰੋਡਿਊਸਰ ਨੇ, ਹੋਰ ਵੀ ਕਈ ਨਾਂ ਸ਼ਾਮਿਲ ਨੇ ਤੇ ਉਹਨਾਂ ਨੂੰ ਹੁਣ ਜਿਹੜਾ ਪੁੱਛਗਿੱਛ ਵਾਸਤੇ ਬੁਲਾਉਣ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ। ਹਾਲਾਂਕਿ ਜਿਹੜੇ ਸੋਰਸੀ ਜਾਣਕਾਰੀ ਦੇ ਰਹੇ ਕਿ ਸ਼ੁੱਕਰਵਾਰ ਨੂੰ ਅਜੇਪਾਲ ਵਿੱਕੀ ਮਿੱਠੂ ਖੇੜਾ ਦਾ ਜਿਹੜਾ ਭਰਾ ਹੈ, ਅਜੇਪਾਲ ਮਿੱਠੂ ਖੇੜਾ, ਉਹਨੂੰ ਬੁਲਾ ਕੇ ਘੰਟਾ ਡੇਢ ਜਿਹੜੀ ਹੈ ਪੁੱਛਗਿੱਛ ਹੋਈ ਹੈ। ਸਿੱਧੂ ਮੂਸੇਵਾਲੇ ਦੇ ਮੈਟਰ ਨੂੰ ਲੈ ਕੇ ਪੁੱਛਗਿੱਛ ਹੋਈ ਹੈ ਤੇ ਹੁਣ ਦੁਬਾਰਾ ਤੋਂ ਉਹਨਾਂ ਤੋਂ ਪੁੱਛਗਿੱਛ ਹੋਏਗੀ, ਦੁਬਾਰਾ ਤੋਂ ਉਹਨਾਂ ਨੂੰ ਬੁਲਾ ਕੇ ਜਿਹੜਾ ਹੈਗਾ ਪੁੱਛਗਿੱਛ ਕੀਤੀ ਜਾਏਗੀ। ਇਹਦੇ ਵਿੱਚ ਨਾਲ ਦੇ ਨਾਲ ਬੱਬੂ ਮਾਨ, ਮਨਕੀਰਤ ਔਲਖ, ਫਿਲਮ ਪ੍ਰੋਡਿਊਸਰ ਜਿਹੜੇ ਹੈਗੇ, ਹੋਰ ਵੀ ਵੱਡੇ ਨਾਂ ਨੇ, ਉਹਨਾਂ ਨੂੰ ਬੁਲਾ ਕੇ ਪੁੱਛਗਿੱਛ ਜਿਹੜੀ ਹੈ ਕਰਨ ਦੀ ਤਿਆਰੀ ਹੈ ਉਹ ਕੀਤੀ ਜਾ ਰਹੀ। ਹਾਲਾਂਕਿ ਡੇਟ ਹਜੇ ਨਹੀਂ ਦੱਸੀ ਗਈ ਹੈ। ਹਾਂ, ਉੱਪਰੋਂ ਸੀਨੀਅਰ ਅਧਿਕਾਰੀਆਂ ਦੇ ਆਰਡਰ ਤੋਂ ਬਾਅਦ ਇਹ ਲਿਸਟ ਤਾਂ ਤਿਆਰ ਕਰ ਲਈ ਗਈ ਹੈ, ਲੇਕਿਨ ਉਹਨਾਂ ਨੂੰ ਕਦ ਬੁਲਾਣਾ ਹੈ, ਕਿਸ ਤਰ੍ਹਾਂ, ਕਦ ਉਹਨਾਂ ਤੋਂ ਪੁੱਛਗਿੱਛ ਹੋਣੀ ਹੈ, ਇਹ ਹੁਣ ਜਲਦ ਹੀ ਜਿਹੜਾ ਹੈਗਾ ਉਹ ਆਰਡਰ ਮਿਲਣ ਤੋਂ ਬਾਅਦ ਉਹਨਾਂ ਕੋਲੋਂ ਪੁੱਛਗਿੱਛ ਹੋਏਗੀ। ਕਿਉਂਕਿ ਇਹਦੇ ਵਿੱਚ ਕਈ ਇਲਜ਼ਾਮ ਜਿਹੜੇ ਹੈ ਉਹ ਜ਼ਰੂਰ ਲਾਉਂਦੇ ਨਜ਼ਰ ਆ ਰਹੇ ਸੀ ਤੇ ਹੁਣ ਇੱਕ ਵਾਰੀ ਫਿਰ ਬਲਕੌਰ ਸਿੰਘ ਇਹ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਸੀਗੇ ਕਿ ਅਸੀਂ ਥੋੜੇ ਜਿਹੇ ਸੰਤੁਸ਼ਟ ਹਾਂ। ਇਹ ਜ਼ਰੂਰ ਉਹਨਾਂ ਨੇ ਕਿਹਾ ਕਿ ਅਸੀਂ ਸੰਤੁਸ਼ਟ ਹਾਂ ਕਿਉਂਕਿ ਡੀਜੀਪੀ ਨੂੰ ਉਹ ਮਿਲੇ ਆ। ਡੀਜੀਪੀ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਇੱਕ ਪੁਆਇੰਟ ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈਗੀ ਹੈ ਉਹ ਕੰਮ ਕਰ ਰਹੀ ਹੈ, ਪੁੱਛਗਿੱਛ ਕਰ ਰਹੀ ਹੈ। ਜਿਹੜੇ ਵੀ ਸ਼ਾਰਪ ਸ਼ੂਟਰ ਫੜੇ ਗਏ ਨੇ ਉਹਨਾਂ ਤੋਂ ਪੁੱਛਗਿੱਛ ਹੋਈ ਸੀ, ਕਈ ਨਾਂ ਸਾਹਮਣੇ ਆਏ ਸੀ ਕਿ ਜਿਨ੍ਹਾਂ ਨੇ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਈ ਸੀ ਉਹ ਫੜੇ ਗਏ, ਉਹਨਾਂ ਤੋਂ ਨਾਂ ਸਾਹਮਣੇ ਆਇਆ ਸੀਗਾ। ਗੋਲਡੀ ਬਰਾੜ ਨੇ ਜਿੱਦਾਂ ਜ਼ਿੰਮੇਵਾਰੀ ਲਿੱਤੀ ਗਈ ਸੀ ਉਹ ਨਾਂ ਸਾਹਮਣੇ ਆਏ ਸੀ ਕਿ ਜਿਨ੍ਹਾਂ ਨੇ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਈ ਸੀ, ਗੱਡੀਆਂ ਮੁਹੱਈਆ ਕਰਾਈ ਸੀ, ਹਥਿਆਰ ਮੁਹੱਈਆ ਕਰਾਏ ਸੀ, ਇਹ ਕਿੱਥੋਂ ਪੈਸੇ ਆਏ, ਕਿੰਨੇ ਫੰਡਿੰਗ ਕੀਤੀ, ਇਹ ਸਾਰੀ ਚੀਜ਼ਾਂ ਦਾ ਖੁਲਾਸਾ ਪੁਲਿਸ ਕਰ ਚੁੱਕੀ ਹੈ। ਲੇਕਿਨ ਇਹਦੇ ਪਿੱਛੇ ਕੌਣ ਹੈ? ਇਹਦੇ ਪਿੱਛੇ ਕੌਣ ਹੈ ਜਿਹਨੇ ਸਿੱਧੂ ਮੂਸੇਵਾਲੇ ਦੀ ਮਰਡਰ ਦੀ ਪੂਰੀ ਪਲੈਨਿੰਗ ਨੂੰ ਲੈ ਕੇ ਇਹ ਸਾਰੀ ਮਾਸਟਰਮਾਈਂਡ ਜਿਹੜਾ ਹੈਗਾ ਇਹ ਕੌਣ ਹੈ? ਇਹੀ ਬਾਰ-ਬਾਰ ਚੀਜ਼ਾਂ ਜਿਹੜੇ ਹੈ ਉਹਨਾਂ ਦੇ ਫਾਦਰ ਬਾਰ-ਬਾਰ ਕਹਿੰਦੇ ਨਜ਼ਰ ਆਉਂਦੇ ਹੈ, ਬਾਰ-ਬਾਰ ਇਲਜ਼ਾਮ ਲਾਉਂਦੇ ਨਜ਼ਰ ਆਉਂਦੇ ਹੈ ਕਿ ਜਿਹੜਾ ਮੇਨ ਹੈ, ਜਿਹਨੇ ਸਾਰੀ ਚੀਜ਼ਾਂ ਕਰਾਈ ਹੈ, ਆਖਿਰ ਉਹ ਕਿੱਥੇ ਹੈ? ਉਹ ਪੁਲਿਸ ਦੀ ਗ੍ਰਿਫਤ 'ਚ ਕਿਉਂ ਨਹੀਂ ਹੈ? ਪੁਲਿਸ ਉਹਨੂੰ ਬਾਰ-ਬਾਰ ਇਹੀ ਕਹਿੰਦੇ ਨਜ਼ਰ ਆਉਂਦੇ, ਇਲਜ਼ਾਮ ਲਾਉਂਦੇ ਨੇ ਕਿ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੀ। ਤਾਂ ਹੁਣ ਇਹੀ ਜਿਹੜੀ ਚੀਜ਼ਾਂ ਨੇ ਜਿਨ੍ਹਾਂ ਨੂੰ ਲੈ ਕੇ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਜਿਹੜੀ ਮਾਨਸਾ ਪੁਲਿਸ ਦੀ ਹੈ, ਜਿਹੜੀ ਇਸ ਪੂਰੇ ਕੇਸ ਨੂੰ ਦੇਖ ਰਹੀ ਹੈ, ਇਸ ਪੂਰੇ ਕੇਸ ਨੂੰ ਜਿਹੜੇ ਆਫੀਸਰ ਜਿਹੜੇ ਹੈਗੇ ਜਿਨ੍ਹਾਂ ਦੀ ਟੀਮਾਂ ਲਾਈ ਗਈਆਂ ਉਹਨਾਂ ਦੀ ਟੀਮ ਜਿਹੜੀ ਹੈਗੀ ਉਹ ਪੁੱਛਗਿੱਛ ਕਰੂਗੀ। ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਵੀ ਜਿਹੜਾ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਸੀਗਾ ਤੇ ਮਨਕੀਰਤ ਔਲਖ ਦਾ ਨਾਂ ਇਹਦੇ ਵਿੱਚ ਬਹੁਤ ਵਾਰ ਆਇਆ ਸੀ ਸਾਹਮਣੇ, ਉਹਨਾਂ ਤੇ ਇਲਜ਼ਾਮ ਵੀ ਲਾਏ ਸੀ। ਹਾਲਾਂਕਿ ਉਸ ਵੇਲੇ ਵੀ ਪੁੱਛਗਿੱਛ ਹੋਈ ਸੀ, ਉਸ ਵੇਲੇ ਵੀ ਲਗਾਤਾਰ ਮਨਕੀਰਤ ਔਲਖ ਦੇ ਪੁੱਛਗਿੱਛ ਹੋਈ ਸੀ, ਲੇਕਿਨ ਉਸ ਟਾਈਮ ਵੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਿਕਲ ਕਰ ਸਾਹਮਣੇ ਨਹੀਂ ਆਈ। ਇਹ ਪੁਲਿਸ ਨੇ ਵੀ ਗੱਲ ਕਹੀ ਸੀ ਤੇ ਮਨਕੀਰਤ ਔਲਖ ਨੇ ਵੀ ਬਾਰ-ਬਾਰ ਗੱਲ ਕਹੀ ਸੀ ਕਿ ਮੈਨੂੰ ਬੁਲਾਇਆ ਗਿਆ, ਮੈਂ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ, ਨਾ ਮੈਂ ਇਹਦੇ ਵਿੱਚ ਇਨਵੋਲਵ ਹੈਗਾ। ਉਸ ਵੇਲੇ ਵੀ ਇਹ ਗੱਲ ਉੱਠੀ ਸੀ। ਹਾਲਾਂਕਿ ਇਹ ਪੋਸਟਾਂ ਵੀ ਪਾਈ ਗਈ, ਦੂਜੇ ਜਿਹੜੇ ਐਂਟੀ ਗਰੁੱਪ ਨੇ ਗੈਂਗਸਟਰ ਦੇ ਉਹਨਾਂ ਵੱਲੋਂ ਵੀ ਪੋਸਟਾਂ ਪਾਈ ਗਈ ਕਿ ਇਹਦਾ ਜਿਹੜਾ ਅੰਤ ਹੈਗਾ ਇਹਨੂੰ ਅਸੀਂ ਮਾਰ ਦੇਣਾ, ਇਸ ਤਰ੍ਹਾਂ ਦੀ ਚੀਜ਼ਾਂ ਵੀ ਆਈ ਸੀ। ਲੇਕਿਨ ਪੁਲਿਸ ਨੇ ਇਨਵੈਸਟੀਗੇਸ਼ਨ ਉਸ ਵੇਲੇ ਵੀ ਕੀਤੀ ਸੀ, ਲੇਕਿਨ ਦੁਬਾਰਾ ਤੋਂ ਹੁਣ ਇਨਵੈਸਟੀਗੇਸ਼ਨ ਕਰਨਾ ਜਾਂ ਫਿਰ ਪੁੱਛਗਿੱਛ ਵਾਸਤੇ ਦੁਬਾਰਾ ਤੋਂ ਬੁਲਾਣਾ
एक जरूर कह सकते हैं कि एक पुलिस वास्ते भी एक बहुत बड़ा कह सकते हैं कि प्रैशर हैगा कि ਜਿਹੜੇ ਵੀ ਨਾਮੀ ਸਿੰਗਰਸ ਨੇ ਜਾਂ ਫਿਰ ਹੋਰ ਜਿਹੜੇ ਲੋਕਾਂ ਦੇ ਨਾਂ ਜਾਂ ਫਿਰ ਇਲਜ਼ਾਮ ਉਹਨਾਂ ਤੇ ਲੱਗੇ ਜਾਂ ਫਿਰ ਉਹਨਾਂ ਦੇ ਫਾਦਰ ਸਾਹਿਬ ਨੇ ਜਿਸ ਤਰ੍ਹਾਂ ਦੇ ਜਿਹੜੀ ਨਾਂ ਦੀ ਲਿਸਟ ਦਿੱਤੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਅਸ਼ਦੀਪ ਤੁਹਾਨੂੰ ਯਾਦ ਹੋਣਾ ਕਿ ਜਿਹੜੀ ਚਾਰਜ ਸ਼ੀਟ ਜਿਹੜੀ ਹੈ ਪੇਸ਼ ਕੀਤੀ ਗਈ ਹੈ ਪੁਲਿਸ ਵੱਲੋਂ ਉਹਦੇ ਵਿੱਚ 5 ਨਾਂ ਬਾਅਦ ਚ ਦਿੱਤੇ ਗਏ ਸੀ ਯਾਨੀ ਕਿ 5 ਨਾਂ ਬਾਅਦ ਚ ਸ਼ਾਮਿਲ ਕੀਤੇ ਗਏ ਸੀ ਜਿਹਦੇ ਵਿੱਚ ਸਿੱਧੂ ਮੂਸੇਵਾਲੇ ਦੇ ਪੜੋਸੀ ਦੋ ਭਰਾ ਜਗਤਾਰ ਸਿੰਘ ਤੇ ਅਵਤਾਰ ਸਿੰਘ ਉਹ ਵੀ ਸ਼ਾਮਿਲ ਸੀਗੇ ਜਿਨ੍ਹਾਂ ਨੂੰ ਹਾਲਾਂਕਿ ਹੁਣ ਥੋੜੇ ਦਿਨ ਪਹਿਲਾਂ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀਗਾ 5 ਨਾਂ ਸੀਗੇ ਕਿ ਉਹਨਾਂ ਦੇ ਫਾਦਰ ਦਾ ਇਲਜ਼ਾਮ ਸੀਗਾ ਬਲਕੌਰ ਸਿੰਘ ਦੇ ਕਿ ਸੀਸੀਟੀਵੀ ਮੇਰੇ ਘਰ ਦੇ ਸਾਹਮਣੇ ਲਾ ਕੇ ਪੂਰੀ ਰੈਕੀ ਹੁੰਦੀ ਸੀ ਪੂਰੀ ਇਹਨਾਂ ਨੇ ਰੈਕੀ ਕੀਤੀ ਹੈ ਇਹਨਾਂ ਨੇ ਵੀ ਰੰਜਿਸ਼ ਜਿਹੜੀ ਹੈਗੀ ਹੈ ਪੂਰੀ ਰੈਕੀ ਕਰਵਾਈ ਹੈ ਜਿਸ ਤੋਂ ਬਾਅਦ ਉਹਨਾਂ ਦਾ ਵੀ ਨਾਂ ਨਾਮਜ਼ਦ ਕੀਤਾ ਗਿਆ ਸੀਗਾ ਤੇ ਉਹਨਾਂ ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀਗਾ ਤੇ ਹੁਣ ਇਹ ਜਿਹੜੀ ਖਬਰ ਨਿਕਲ ਕਰ ਸਾਹਮਣੇ ਆ ਰਹੀ ਹੈ ਜਿਹੜੇ ਸੋਰਸਿਸ ਦੱਸ ਰਹੇ ਹਨ ਕਿ ਇਹਦੇ ਵਿੱਚ ਹੁਣ ਪੁੱਛਗਿੱਛ ਹੋਏਗੀ A to Z ਜਿਹੜੀ ਚੀਜ਼ਾਂ ਹੈਗੀ ਸਿੱਧੂ ਮੂਸੇਵਾਲੇ ਦੇ ਮਰਡਰ ਨੂੰ ਲੈ ਕੇ ਜਾਂ ਉਸ ਤੋਂ ਪਹਿਲਾਂ ਕੋਈ ਗੱਲਬਾਤ ਹੋਈ ਹੋ ਜਾਂ ਕਿਸ ਤਰ੍ਹਾਂ ਦੀ ਕੋਈ ਰੰਜਿਸ਼ ਹੈਗੀ ਹੈ ਨਹੀਂ ਹੈਗੀ ਹੈ ਕਿਸ ਤਰ੍ਹਾਂ ਦੀ ਆਪਸ ਵਿੱਚ ਤਲਖੀਆਂ ਸੀਗੀ ਨਹੀਂ ਸੀਗੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਕਿਉਂਕਿ ਪਹਿਲਾਂ ਕਰਨ ਔਜਲਾ ਨਾਲ ਵੀ ਸਿੱਧੂ ਮੂਸੇਵਾਲੇ ਦੀ ਸੀਗੀ ਲੇਕਿਨ ਉਸ ਤੋਂ ਬਾਅਦ ਉਹਨਾਂ ਦਾ ਆਪਸੀ ਜਿਹੜਾ ਮਨਮੁਟਾਵ ਸੀਗਾ ਉਹ ਠੀਕ ਹੋ ਗਿਆ ਸੀਗਾ ਕਰਨ ਔਜਲਾ ਨੇ ਖੁਦ ਬਲਕੌਰ ਸਿੰਘ ਜਿਹੜੇ ਫਾਦਰ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀਗੀ ਇੱਥੇ ਆਉਣ ਦੀ ਵੀ ਜਿਹੜੀ ਹੈਗੀ ਉਹ ਜਤਾਈ ਸੀ ਲੇਕਿਨ ਉਹ ਨਹੀਂ ਆਏ ਸੀਗੇ ਬਿਕੋਜ਼ ਆਫ ਸਿਕਿਉਰਿਟੀ ਰੀਜ਼ਨ ਲੇਕਿਨ ਇਸ ਤਰ੍ਹਾਂ ਦੀ ਜਿਹੜੀ ਬੱਬੂ ਮਾਨ ਦੀ ਜਿਹੜੀ ਤਲਖੀਆਂ ਹੈ ਉਹ ਸਿੱਧੂ ਮੂਸੇਵਾਲੇ ਦੇ ਨਾਲ ਜ਼ਰੂਰ ਆਮਣੇ ਸਾਹਮਣੇ ਨਹੀਂ ਲੇਕਿਨ ਗਾਣੇ 'ਚ ਕਹਿ ਦਈਏ ਜਾਂ ਫਿਰ ਆਪਸੀ ਜਿਹੜੀ ਪੋਸਟਰ ਰਾਹੀਂ ਜਿਹੜੀ ਹੈ ਉਹ ਤਲਖੀਆਂ ਜ਼ਰੂਰ ਵੇਖਣ ਨੂੰ ਮਿਲੀ ਸੀ ਚਾਹੇ ਉਹ ਮਨਕੀਰਤ ਔਲਖ ਦੀ ਅਸੀਂ ਗੱਲ ਕਰੀ ਉਹਨਾਂ ਦੀ ਵੀ ਜਿਹੜੀ ਤਲਖੀਆਂ ਉਹ ਜ਼ਰੂਰ ਵੇਖਣ ਨੂੰ ਮਿਲੀ ਸੀ ਲੇਕਿਨ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਇਹ ਸਾਰੀ ਚੀਜ਼ਾਂ ਕੁਐਸਚਨ ਖੜੇ ਹੋਏ ਕਿ ਆਖਿਰ ਇਹ ਜਿਹੜਾ ਮਰਡਰ ਹੋਇਆ ਇਹ ਜਿਹੜੀ ਚੀਜ਼ਾਂ ਹੋਈ ਹੈ ਇਹ ਜਿਹੜੀ ਰੈਕੀ ਹੋਈ ਹੈ ਇਹ ਜਿਹੜੀ ਪਲੈਨਿੰਗ ਹੋਈ ਹੈ ਇਹ ਸਟਾਰਟਿੰਗ ਤੋਂ ਨਹੀਂ ਮਈ 'ਚ ਨਹੀਂ ਇਹ ਜਨਵਰੀ ਤੋਂ ਹੀ ਜਿਹੜੀ ਪਲੈਨਿੰਗ ਚੱਲ ਰਹੀ ਸੀ ਉਹਨੂੰ ਮਾਰਨ ਦੀ ਜਾਂ ਪਲੈਨਿੰਗ A ਮੋਡਿਊਲ B ਮੋਡਿਊਲ ਪੰਜਾਬ ਪੁਲਿਸ ਦੀ ਯੂਨੀਫਾਰਮ ਪਾ ਕੇ ਜਾਂ ਫਿਰ ਕਿਸ ਤਰ੍ਹਾਂ ਮਰਡਰ ਕਰਨਾ ਹੈ ਇਹ ਸਾਰੀ ਜਿਹੜੀ ਪਲੈਨਿੰਗ ਹੋਈ ਸੀ ਆਖਿਰ ਇਹਦੇ ਪਿੱਛੇ ਮਾਸਟਰਮਾਈਂਡ ਕੌਣ ਹੈ ਇਹਦੇ ਪਿੱਛੇ ਜਿਹੜਾ ਮੇਨ ਹੈ ਉਹ ਕੌਣ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਜਿਹੜੀ ਹੈ ਪੁਆਇੰਟ ਟੂ ਪੁਆਇੰਟ ਜਿਹੜਾ ਹੈ ਉਹ ਇਨਵੈਸਟੀਗੇਟ ਕਰ ਰਹੀ ਹੈ ਇੰਟਰੋਗੇਸ਼ਨ ਕਰ ਰਹੀ ਹੈ ਇੰਟਰੋਗੇਸ਼ਨ ਹਜੇ ਖਤਮ ਨਹੀਂ ਹੋਈ ਹੈ ਹਜੇ ਤਾਂ ਬਹੁਤ ਸਾਰੀ ਚੀਜ਼ਾਂ ਬਾਕੀ ਹੈ ਹਜੇ ਤਾਂ बहुत सारी चीज़ा इन्वेस्टिगेशन च बाकी है हालांकि शार्प शूटर सारे फड़े गए लेकिन हजे मास्टरमाइंड कौन है बार बार यही बलकौर सिंह कहते नजर आ रहे हैं हालांकि पुलिस हुण इन्वेस्टिगेशन कर रही है उन्होंने पॉइंट ते काम जरूर किया जा रहा है पुलिस अपने भी पॉइंट ते काम कर रही है कि किहड़े-किहड़े लोग इहदे विच शामिल हो सकते हैं इहनूं लैके भी लगातार जिहड़ा है वो काम किया जा रहा है अजदीप जी बिल्कुल मनोज कई सारे पक्षां नूं हुण जांचिया जा रहा है इस मामले दे विच कि कौन लोग होर शामिल हो सकते हैं जिवें बलकौर सिंह ने लगातार इस गल का जिक्र किया इस गल का शक जताया खदशा जताया है जुड़े रहना साडे सहयोगी बलदेव शर्मा भी जुड़े हुए ने फोन लाइन दे उत्ते मानसा तो बलदेव किवें देखिया जावे इस सब नूं जिवें मनोज जानकारी दे रहे सी कि इस मामले च हुण म्यूजिक इंडस्ट्री नाल जुड़े लोगों तो पुछगिछ होएगी मनकीरत औलख बब्बू मान दा नाम भी लिस्ट दे विच शामिल है जल्दी उन्हां तो पुछगिछ हो सकती है बलकौर सिंह लगातार इस नूं लैके खदशा जताउंदे आए ने उन्होंने बार-बार इस गल दा जिक्र किया कि म्यूजिक इंडस्ट्री दे लोग इस कतल दे पिछे शामिल हो सकते ने या उन्हां दे वल्लों ये कतल करवाया हो सकता है इस कतल दे विच सिर्फ शूटर या फिर जिहड़े गैंगस्टर ने वो शामिल नहीं होर लोग भी शामिल ने पता लगना चाहिए कि किस दे वल्लों क्यों ये कतल करवाया गया तो हुण जिस तरीके दे नाल जांच अगे वध रही है पिछले दिन ही उन्होंने इस गल का जिक्र भी किया संतुष्टि भी जताई कि पंजाब पुलिस हुण सही तरीके नाल जांच कर रही है तो जो बलकौर सिंह का उस दिन बयान आया सी कि उसनूं इसे दे नाल जोड़ के देखा जा सकता है कि जो हुण म्यूजिक इंडस्ट्री दे लोकां तो पुछगिछ होनी है बलदेव कोशिश करते हैं साडे सहयोगी दे नाल जुड़न दी तां इस पूरे मामले नूं लैके हुण म्यूजिक इंडस्ट्री दे नाल जुड़े लोकां नाल पंजाबी फिल्म इंडस्ट्री दे नाल जुड़े लोकां तो पुछगिछ पंजाब पुलिस करेगी लिस्ट दे विच कई अजिहियां हस्तियां दे नाम शामिल ने जो म्यूजिक इंडस्ट्री दे नाल जुड़ियां ने पंजाबी फिल्म इंडस्ट्री दे नाल जुड़ियां ने विक्की मिड्डू खेड़ा दे भरा तो भी पुछगिछ कीती गई है दोबारा भी अजयपाल मिड्डू खेड़ा तो पुछगिछ होनी है इस मामले दे विच लगातार जांच अगे वध रही है जिस गल दा असीं पहलां भी जिक्र कर रहे सी कि इस मामले च बलकौर सिंह सिद्धू मूसेवाला दे पिता उन्होंने पिछले दिनी पुलिस दी कारगुजारी ते संतुष्टि भी जाहिर की है बलदेव साडे सहयोगी मुड़ तो जुड़ गए ने बलदेव तुहानूं आवाज मिल रही है जी जी बलदेव जो जिक्र मनोज राठी कर रहे सी कि हुण म्यूजिक इंडस्ट्री दे नाल जुड़े लोकां ते भी शिकंजा कसिया जाना है या उन्हां तो पुछगिछ होनी है बलकौर सिंह लगातार इस गल का खदशा जताउंदे रहे ने कि म्यूजिक इंडस्ट्री दे लोग इस कतल दे विच शामिल ने
ਜੋ ਪਿਛਲੇ ਦਿਨ ਹੀ ਉਹਨਾਂ ਨੇ ਬਿਆਨ ਦਿੱਤਾ ਪੁਲਿਸ ਦੀ ਕਾਰਗੁਜ਼ਾਰੀ ਤੇ ਜਾਂਚ ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ ਕਿ ਉਸ ਨੂੰ ਇਸੇ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਬਿਲਕੁਲ ਅਰਸ਼ਦੀਪ, ਪਿਛਲੇ ਦਿਨੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਜਾਂਚ ਹੁਣ ਸ਼ੁਰੂ ਹੋਈ ਹੈ। ਅਸਲੀ ਟਰੈਕ ਤੇ ਜਾਂਚ ਹੈ ਜਿਹੜੀ ਹੁਣ ਚੜੀ ਹੈ, ਉਹ ਇਸੇ ਕਰਕੇ ਸੀ ਕਿ ਜਿਹੜੇ ਨਾਮ ਉਹਨਾਂ ਨੇ ਲੰਮੇ ਸਮੇਂ ਤੋਂ ਦਿੱਤੇ ਸੀ, ਬੇਸ਼ੱਕ ਉਹ ਬੱਬੂ ਮਾਨ ਦਾ ਹੋਵੇ, ਮਨਕੀਰਤ ਔਲਖ ਦਾ ਹੋਵੇ ਜਾਂ ਕਈ ਪ੍ਰੋਡਿਊਸਰਾਂ ਦਾ ਹੋਵੇ, ਹੁਣ ਪੁਲਿਸ ਜਿਹੜੀ SIT ਬਣੀ ਹੈ ਉਹ ਉਹਨਾਂ ਨੂੰ ਬੁਲਾ ਕੇ ਪੁੱਛਗਿੱਛ ਕਰੇਗੀ ਤੇ ਇਹ ਜਾਣਕਾਰੀ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਵੀ ਹੈ। ਇਸ ਕਰਕੇ ਉਹਨਾਂ ਨੇ ਪਿਛਲੇ ਦਿਨੀ ਸੰਤੁਸ਼ਟੀ ਜ਼ਾਹਰ ਕੀਤੀ ਸੀ। ਮਨਕੀਰਤ ਔਲਖ ਬੇਸ਼ੱਕ ਪਿਛਲੇ ਦਿਨੀ ਜਦੋਂ ਉਹ ਇੰਡੀਆ ਤੇ ਕੈਨੇਡਾ ਗਿਆ ਸੀਗਾ, ਉਸ ਸਮੇਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ 4-5 ਦਿਨ ਪਹਿਲਾਂ ਉਹ ਮਾਨਸਾ ਵਿੱਚ ਦੇਖਿਆ ਗਿਆ ਸੀ। ਇਸ ਕਰਕੇ ਸ਼ੱਕ ਦੀ ਕੜੀ ਹੈ ਜਿਹੜੀ ਉਸ ਤੇ ਜ਼ਿਆਦਾ ਜਾਂਦੀ ਸੀ ਤੇ ਉਸ ਤੋਂ ਬਾਅਦ ਉਹ ਕਰੀਬ 2 ਤਰੀਕ ਦੇ ਜੂਨ ਦੇ ਨੇੜੇ ਤੇੜੇ ਉਹ ਵਿਦੇਸ਼ ਭੱਜ ਜਾਂਦਾ ਹੈ। ਇਸ ਕਰਕੇ ਇਸ ਗੱਲ ਦੇ ਵਿੱਚ ਅਹਿਮ ਸੀ ਕਿ ਮਨਕੀਰਤ ਔਲਖ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇ। ਇਹਦੇ ਕਰਕੇ ਲਗਾਤਾਰ ਬਲਕੌਰ ਸਿੰਘ ਪੁਲਿਸ ਤੇ ਸਵਾਲ ਉਠਾਉਂਦੇ ਸੀ ਤੇ ਪੁਲਿਸ ਨੇ ਉਹਨਾਂ ਨੂੰ ਜਾਂਚ ਦੇ ਵਿੱਚ ਸ਼ਾਮਲ ਕਰਨ ਦਾ ਜਿਹੜਾ ਮਨ ਬਣਾਇਆਗਾ ਤੇ ਉਹ ਜਲਦੀ ਉਹਨਾਂ ਨੂੰ ਬੁਲਾ ਕੇ ਪੁੱਛਗਿੱਛ ਸ਼ੁਰੂ ਹੋਣੀ ਹੈ। ਇਸ ਤੋਂ ਬਾਅਦ ਉਸ ਜਾਂਚ ਦੇ ਵਿੱਚ ਕੀ ਨਿਕਲ ਕੇ ਆਉਂਦਾ ਇਹ ਸਭ ਤੋਂ ਅਹਿਮ ਰਹੂਗਾ। ਇੱਥੇ ਇਹ ਵੀ ਦੱਸਣਾ ਬਣਦਾ ਕਿ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਜਿਹੜੇ ਪ੍ਰੋਡਿਊਸਰ ਨੇ, ਸਿੱਧੂ ਮੂਸੇਵਾਲੇ ਦੇ ਪਿਤਾ ਲਗਾਤਾਰ ਹੀ ਕਹਿੰਦੇ ਸੀ ਕਿ ਕੁਝ ਸਫੈਦਪੋਸ਼, ਕੁਝ ਸੰਗੀਤ ਜਗਤ ਦੇ ਨਾਲ ਜੁੜੇ ਲੋਕ ਉਹਨਾਂ ਦੇ ਪਿਤਾ ਦੇ ਉਹਨਾਂ ਦੇ ਪੁੱਤਰ ਦੇ ਕਤਲ ਦੇ ਜਿਹੜੇ ਦੋਸ਼ੀ ਹੈ ਉਹ ਬੈਕ ਤੇ ਨੇ। ਜਿਹੜੇ ਸ਼ੂਟਰ ਸੀ ਉਹ ਸਿਰਫ ਕਿਰਾਏ ਦੇ ਬੰਦੇ ਸੀ, ਜਿਨ੍ਹਾਂ ਨੇ ਇਹ ਕੰਮ ਕਰਾਇਆ ਉਹਨਾਂ ਨੂੰ ਜਾਂਚ ਦੇ ਵਿੱਚ ਸ਼ਾਮਲ ਕੀਤਾ ਜਾਵੇ। ਪੁਲਿਸ ਨੇ ਹੁਣ ਇਹ ਗੱਲ ਲੱਗਦਾ ਹੈ ਕਿ ਚੰਗੀ ਤਰ੍ਹਾਂ ਸਮਝ ਲਈ ਹੈ ਤੇ ਪੁਲਿਸ ਉਹਨਾਂ ਨੂੰ ਬੁਲਾ ਕੇ ਹੁਣ ਪੁੱਛਗਿੱਛ ਦੀ ਤਿਆਰੀ ਕਰ ਰਹੀ ਹੈ। ਜੀ ਸ਼ੁਕਰੀਆ ਬਲਦੇਵ, ਪੂਰੀ ਜਾਣਕਾਰੀ ਦੇ ਲਈ। ਸਾਡੇ ਸਹਿਯੋਗੀ ਚੰਡੀਗੜ੍ਹ ਤੋਂ ਮਨੋਜ ਰਾਠੀ ਜੁੜੇ। ਮਨੋਜ, ਤੁਹਾਡਾ ਵੀ ਸ਼ੁਕਰੀਆ। ਤਾਂ ਇਸ ਮਾਮਲੇ 'ਚ ਹੁਣ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਲੋਕਾਂ ਤੋਂ ਪੁੱਛਗਿੱਛ ਹੋਏਗੀ। ਪੁਲਿਸ ਦੇ ਵੱਲੋਂ ਹੁਣ ਇੱਕ ਲਿਸਟ ਤਿਆਰ ਕਰ ਲਈ ਗਈ ਹੈ। ਲਿਸਟ ਦੇ ਵਿੱਚ ਬੱਬੂ ਮਾਨ, ਮਨਕੀਰਤ ਔਲਖ ਦਾ ਨਾਮ ਵੀ ਸ਼ਾਮਲ ਹੈ। ਜੋ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਹੈ, ਜਲਦ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ। ਪੰਜਾਬੀ ਮਿਊਜ਼ਿਕ ਇੰਡਸਟਰੀ, ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਜੁੜੇ ਕਈ ਹੋਰ ਲੋਕਾਂ ਤੋਂ ਵੀ ਜਲਦ ਪੁੱਛਗਿੱਛ ਹੋ ਸਕਦੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਇਹ ਖਦਸ਼ਾ ਜਤਾਉਂਦੇ ਰਹੇ ਨੇ ਕਿ ਮਿਊਜ਼ਿਕ ਇੰਡਸਟਰੀ ਦੇ ਹੋਰ ਲੋਕ ਇਸ ਕਤਲ ਦੇ ਵਿੱਚ ਸ਼ਾਮਲ ਨੇ ਤੇ ਉਸੇ ਨੂੰ ਲੈ ਕੇ ਉਹਨਾਂ ਨੇ ਵਾਰ-ਵਾਰ ਪੁਲਿਸ ਤੇ ਸਵਾਲ ਵੀ ਚੁੱਕੇ ਸੀ। ਜਾਂਚ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ DGP ਨਾਲ ਵੀ ਮੁਲਾਕਾਤ ਕੀਤੀ। ਪੁਲਿਸ ਨੂੰ ਪਹਿਲਾਂ ਵੀ ਉਹਨਾਂ ਦੇ ਵੱਲੋਂ ਕਈ ਨਾਮ ਦਿੱਤੇ ਗਏ ਸੀ, ਤਾਂ ਹੁਣ ਉਹਨਾਂ ਨੇ ਇਸ ਗੱਲ ਤੇ ਵੀ ਸੰਤੁਸ਼ਟੀ ਜਤਾਈ ਹੈ ਕਿ ਪੁਲਿਸ ਜਿਸ ਤਰੀਕੇ ਨਾਲ ਹੁਣ ਜਾਂਚ ਕਰ ਰਹੀ ਹੈ ਉਹ ਸਹੀ ਤਰੀਕੇ ਨਾਲ ਜਾਂਚ ਕਰ ਰਹੀ ਹੈ। ਇੱਕ ਹੋਰ ਵੱਡੀ ਖਬਰ ਦਾ ਰੁਖ ਕਰਦੇ ਹਾਂ। ਗਨ ਕਲਚਰ ਨੂੰ ਲੈ ਕੇ ਸਖਤੀ ਕੀਤੀ ਜਾ ਰਹੀ ਹੈ। ਪੁਲਿਸ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ। ਗਨ ਕਲਚਰ ਨੂੰ ਲੈ ਕੇ ਬਠਿੰਡਾ ਪੁਲਿਸ ਦੇ ਵੱਲੋਂ 20 ਲੋਕਾਂ ਦੇ ਮਾਮਲਾ ਦਰਜ ਕੀਤਾ ਗਿਆ ਹੈ। 3 ਨੌਜਵਾਨ ਨਾਮਜ਼ਦ ਕੀਤੇ ਗਏ ਨੇ। ਬਾਕੀ ਅਣਪਛਾਤਿਆਂ ਦੇ ਖਿਲਾਫ FIR ਦਰਜ ਕੀਤੀ ਗਈ ਹੈ। ਗਨ ਕਲਚਰ ਦੇ ਮਾਮਲੇ 'ਚ ਸਖਤੀ ਵਰਤੀ ਜਾ ਰਹੀ ਹੈ। ਮਹਿਰਾਜ ਪਿੰਡ ਦੇ ਰਹਿਣ ਵਾਲੇ 3 ਨੌਜਵਾਨਾਂ ਤੇ ਪਰਚਾ ਦਰਜ ਹੋਇਆ। ਕਈ ਅਣਪਛਾਤਿਆਂ ਤੇ ਪਰਚਾ ਦਰਜ ਕੀਤਾ ਗਿਆ। ਨੌਜਵਾਨਾਂ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਇਲਜ਼ਾਮ ਨੇ। ਸੋਸ਼ਲ ਮੀਡੀਆ ਤੇ ਹਥਿਆਰਾਂ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਨੇ। 3 ਨੌਜਵਾਨਾਂ ਸਣੇ 20 ਦੇ ਖਿਲਾਫ FIR ਦਰਜ ਕੀਤੀ ਗਈ ਹੈ। 3 ਨੌਜਵਾਨਾਂ ਤੇ ਬਾਏ ਨੇਮ ਪਰਚਾ ਦਰਜ ਕੀਤਾ ਗਿਆ ਹੈ ਤੇ 17 ਅਣਪਛਾਤਿਆਂ ਤੇ FIR ਹੋਈ ਹੈ। ਤਸਵੀਰਾਂ ਨੇ, ਵੀਡੀਓਜ਼ ਨੇ ਜਿਸ ਨੂੰ ਲੈ ਕੇ ਪਰਚਾ ਦਰਜ ਹੋਇਆ ਹੈ। ਬਠਿੰਡਾ ਪੁਲਿਸ ਨੇ 20 ਲੋਕਾਂ ਤੇ FIR ਦਰਜ ਕੀਤੀ ਹੈ। ਸੂਰਜ ਭਾਨ ਸਾਡੇ ਸਹਿਯੋਗੀ ਜੁੜੇ ਨੇ। ਸੂਰਜ, ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ ਇਸ ਮਾਮਲੇ ਤੇ? ਦੇਖੋ, ਜਦੋਂ ਤੋਂ ਪੰਜਾਬ ਸਰਕਾਰ ਨੇ ਗੱਲ ਕਲਚਰ ਨੂੰ ਰਹਿ ਕੇ ਕਿਹਾ ਕਿ ਹਥਿਆਰਾਂ ਦੀ ਨੁਮਾਇਸ਼ ਨਹੀਂ ਹੋਏਗੀ, ਕੋਈ ਵੀ ਵੈਪਨਸ ਦੀਆਂ ਫੋਟੋਆਂ ਹਵਾ ਵਿੱਚ ਲਹਿਰਾ ਕੇ ਜਾਂ ਸੋਸ਼ਲ ਮੀਡੀਆ ਤੇ ਨਹੀਂ ਪਾਏਗਾ, ਜਿਸ ਦੇ ਤਹਿਤ ਰਾਮਪੁਰਾ ਪੁਲਿਸ ਨੇ ਜਿਹੜਾ ਮਾਮਲਾ ਦਰਜ ਕੀਤਾ ਹੈ। 20 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ, ਜਿਸ ਦੇ ਵਿੱਚ ਨੌਜਵਾਨ ਨੇ ਜਿਹੜੇ ਉਹ ਕਿਰਪਾਨਾਂ ਲਹਿਰਾਉਂਦੇ ਨਜ਼ਰ ਆ ਰਹੇ ਨੇ। ਇੱਥੋਂ ਤੱਕ ਕਿ 12 ਬੋਰ ਦੀ ਬੰਦੂਕ ਦੀ ਨੁਮਾਇਸ਼ ਵੀ ਕੀਤੀ ਜਾ ਰਹੀ ਹੈ। ਕਾਰਤੂਸ ਨਾਲ ਉਸਦੇ ਨਜ਼ਰ ਆ ਰਹੇ ਨੇ ਤੇ ਇੰਸਟਾ ਦੇ ਉੱਪਰ ਇਹ ਤਸਵੀਰਾਂ ਅਪਲੋਡ ਕਰਦਿਆਂ ਹੀ ਪੁਲਿਸ ਨੇ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਹੈ। ਫਿਲਹਾਲ ਅਜੇ ਗ੍ਰਿਫਤਾਰੀ ਤਾਂ ਨਹੀਂ ਹੋਈ ਹੈ, ਪਰ ਸਵਾਲ ਬਹੁਤ ਸਾਰੇ ਖੜੇ ਹੋ ਰਹੇ ਨੇ ਕਿ ਕਿਉਂ ਲੋਕ ਆਖਿਰ ਇਸ ਤਰ੍ਹਾਂ ਕਰ ਰਹੇ ਨੇ, ਕਿਉਂ ਸਰਕਾਰ ਦੀ ਮਨਾਹੀ ਦੇ ਬਾਅਦ ਵੀ ਇਸ ਤਰ੍ਹਾਂ ਇੰਸਟਾ ਜਾਂ ਸੋਸ਼ਲ ਮੀਡੀਆ ਦੇ ਉੱਪਰ ਤਸਵੀਰਾਂ ਡਾਲ ਰਹੇ ਨੇ। ਤਾਂ ਕਰਕੇ 20 ਲੋਕਾਂ ਦੀ ਕਾਫੀ ਵੱਡੀ ਗਿਣਤੀ ਹੁੰਦੀ ਹੈ, ਕਿਉਂਕਿ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੇ ਹੋਣੇ ਕਾਫੀ ਵੱਡੀ ਗਿਣਤੀ ਵਿੱਚ ਲੋਕ ਨੇ ਜਿਹੜੇ ਕਿ ਵੀਡੀਓ ਬਣਾ ਕੇ ਇਸ ਤਰ੍ਹਾਂ ਦੀਆਂ ਛੋਟੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰ ਰਹੇ ਸੀ। ਤਾਂ ਫਿਲਹਾਲ ਵੱਡੀ ਕਾਰਵਾਈ ਆਪਾਂ ਕਹਿ ਸਕਦੇ ਹਾਂ। ਜੀ ਸ਼ੁਕਰੀਆ ਸੂਰਜ, ਪੂਰੀ ਜਾਣਕਾਰੀ ਦੇ ਲਈ। ਤਾਂ ਵੱਡੀ ਕਾਰਵਾਈ ਨਜ਼ਰ ਆਈ ਹੈ ਬਠਿੰਡਾ ਦੇ ਵਿੱਚ। ਗਨ ਕਲਚਰ ਦੇ ਖਿਲਾਫ 20 ਲੋਕਾਂ ਤੇ FIR ਦਰਜ ਕੀਤੀ ਹੈ। ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਇਲਜ਼ਾਮ ਨੇ।
ਉਧਰ ਬਰਿੰਦਰਮੀਤ ਪਾੜਾ ਵਿਜੀਲੈਂਸ ਦਫ਼ਤਰ ਪਹੁੰਚ ਚੁੱਕੇ ਨੇ। ਗੁਰਦਾਸਪੁਰ ਦੇ ਵਿੱਚ ਕਾਂਗਰਸ ਦੇ ਵਿਧਾਇਕ ਨੇ ਬਰਿੰਦਰਮੀਤ ਪਾੜਾ। ਵਿਜੀਲੈਂਸ ਦੇ ਵੱਲੋਂ ਅੱਜ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਗੁਰਦਾਸਪੁਰ ਦੇ ਵਿੱਚ ਵਿਜੀਲੈਂਸ ਦਫ਼ਤਰ ਦੇ ਵਿੱਚ ਪੁੱਛਗਿੱਛ ਹੋਣੀ ਹੈ ਤੇ ਬਰਿੰਦਰਮੀਤ ਪਾੜਾ ਵਿਜੀਲੈਂਸ ਦਫ਼ਤਰ ਪਹੁੰਚ ਚੁੱਕੇ ਨੇ। ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ। ਪਿਛਲੇ ਦਿਨੀ ਬਰਿੰਦਰਮੀਤ ਪਾੜਾ ਤੋਂ ਉਹਨਾਂ ਦੇ ਬੈਂਕ ਖਾਤਿਆਂ ਬੈਂਕ ਲੋਕਰਾਂ ਦੀ ਜਾਣਕਾਰੀ ਵੀ ਮੰਗੀ ਗਈ ਸੀ ਤੇ ਅੱਜ ਵਿਜੀਲੈਂਸ ਦੇ ਵੱਲੋਂ ਉਹਨਾਂ ਤੋਂ ਪੁੱਛਗਿੱਛ ਹੋਏਗੀ। ਪੁੱਛਗਿੱਛ ਦੇ ਲਈ ਸੱਦਿਆ ਗਿਆ ਹੈ ਤੇ ਬਰਿੰਦਰਮੀਤ ਪਾੜਾ ਵਿਜੀਲੈਂਸ ਦਫ਼ਤਰ ਪਹੁੰਚ ਚੁੱਕੇ ਨੇ। ਬਿਸ਼ੰਬਰ ਬਿੱਟੂ ਸਾਡੇ ਸਹਿਯੋਗੀ ਜੁੜੇ ਨੇ। ਬਿਸ਼ੰਬਰ, ਕੀ ਕੁਝ ਪੂਰੀ ਜਾਣਕਾਰੀ ਇਸ ਵੇਲੇ? ਕੁਛ ਬਿਲਕੁਲ ਜੀ, ਗੁਰਦਾਸਪੁਰ ਦੇ ਐਮਐਲਏ ਬਰਿੰਦਰਮੀਤ ਸਿੰਘ ਪਾੜਾ ਜੋ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਦੇ ਪ੍ਰਧਾਨ ਵੀ ਨੇ, ਉਹ ਉਹਨਾਂ ਨੂੰ ਜੋ ਵਿਜੀਲੈਂਸ ਵਿਭਾਗ ਨੇ ਪੁੱਛਗਿੱਛ ਵਾਸਤੇ ਜਾਂਚ 'ਚ ਸ਼ਾਮਲ ਹੋਣ ਲਈ ਬੁਲਾਇਆ ਸੀ। ਬਰਿੰਦਰਮੀਤ ਸਿੰਘ ਪਾੜਾ ਆਪਣੇ ਭਰਾ ਬਲਜੀਤ ਪਾੜਾ ਜੋ ਨਗਰ ਕੌਂਸਲ ਦੇ ਪ੍ਰਧਾਨ ਹੈ, ਆਪਣੇ ਪਿਤਾ ਜੀ ਦੇ ਨਾਲ ਵਿਜੀਲੈਂਸ ਦਫ਼ਤਰ ਵਿੱਚ ਪਹੁੰਚ ਚੁੱਕੇ ਨੇ ਔਰ ਵਿਜੀਲੈਂਸ ਦਫ਼ਤਰ ਵਿੱਚ ਉਹਨਾਂ ਦੇ ਦਫ਼ਤਰ ਵਿੱਚ ਅਧਿਕਾਰੀ ਦੇ ਸਾਹਮਣੇ ਆ ਚੁੱਕੇ ਨੇ। ਜੋ ਵਿਜੀਲੈਂਸ ਵਾਲੇ ਆਪਣੇ ਕੋਲ ਫਾਰਮੈਲਿਟੀ ਵਗੈਰਾ ਕਰਨੀ ਹੈ, ਉਹਨਾਂ ਕੋਲ ਜੋ ਪੁੱਛਗਿੱਛ ਕਰਨੀ ਹੈ ਉਹ ਪੁੱਛਣੀ ਜਾਂਚ ਹੋਣਾ ਸ਼ੁਰੂ ਕਰਤੀ ਆ। ਔਰ ਰੈਗੂਲੇਟਰ ਪੰਜਾਬ ਦੇ ਪਹਿਲੇ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਬਰਿੰਦਰਮੀਤ ਸਿੰਘ ਪਾੜਾ ਆਪਣੇ ਪਰਿਵਾਰ ਸਮੇਤ, ਆਪਣੇ ਭਰਾ, ਆਪਣੇ ਪਿਤਾ ਜੀ ਦੇ ਸਮੇਤ ਇੱਥੇ ਪਹੁੰਚੇ ਨੇ ਔਰ ਵਿਜੀਲੈਂਸ ਜਾਂਚ ਵਿੱਚ ਸ਼ਾਮਲ ਹੋਏ ਨੇ। ਉਹਨਾਂ ਦਾ ਕਹਿਣਾ ਕਿ ਜੋ ਵੀ ਵਿਜੀਲੈਂਸ ਜਾਂਚ ਕਰੇਗੀ, ਜੋ ਉਹਨਾਂ ਕੋਲ ਸਹਿਯੋਗ ਮੰਗਿਆ ਜਾਏਗਾ, ਉਹ ਆਪਣੇ ਵੱਲੋਂ ਪੂਰਾ ਸਹਿਯੋਗ ਉਹਨਾਂ ਨੂੰ ਦੇਣਗੇ। ਤਾਂ ਵਿਜੀਲੈਂਸ ਦਫ਼ਤਰ ਵਿੱਚ ਫਿਲਹਾਲ ਪਹੁੰਚ ਗਏ ਨੇ ਔਰ ਵਿਜੀਲੈਂਸ ਵਾਲਿਆਂ ਵੱਲੋਂ ਆਪਣੇ ਵੱਲੋਂ ਜੋ ਫਾਰਮੈਲਿਟੀ ਵਗੈਰਾ ਕੀਤੀ ਜਾ ਰਹੀ ਹੈ ਉਹ ਉੱਥੇ ਜਾ ਕੇ ਪਹੁੰਚ ਗਏ, ਫਾਰਮੈਲਿਟੀ ਵਗੈਰਾ ਕੀਤੀ ਜਾ ਰਹੀ ਹੈ। ਜੀ ਸ਼ੁਕਰੀਆ ਬਿਸ਼ੰਬਰ, ਪੂਰੀ ਜਾਣਕਾਰੀ ਦੇ ਲਈ। ਤਾਂ ਇਸ ਵੇਲੇ ਪਹੁੰਚ ਚੁੱਕੇ ਨੇ ਬਰਿੰਦਰਮੀਤ ਪਾੜਾ। ਵਿਜੀਲੈਂਸ ਦਫ਼ਤਰ ਦੇ ਵਿੱਚ ਪੁੱਛਗਿੱਛ ਹੋਣੀ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਸਵਾਲ ਜਵਾਬ ਵਿਜੀਲੈਂਸ ਦੇ ਵੱਲੋਂ ਕੀਤੇ ਜਾਣਗੇ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰ ਦੇ ਬੈਂਕ ਖਾਤਿਆਂ ਬੈਂਕ ਲੋਕਰਾਂ ਦੀ ਜਾਣਕਾਰੀ ਮੰਗੀ ਗਈ ਸੀ ਤੇ ਅੱਜ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਫਿਰ ਤੋਂ ਐਸਆਈਟੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਅੱਜ ਫਿਰ ਤੋਂ ਐਸਆਈਟੀ ਨੇ ਉਹਨਾਂ ਨੂੰ ਪੁੱਛਗਿੱਛ ਦੇ ਲਈ ਸੱਦਿਆ ਸੀ। ਖਰਾਬ ਸਿਹਤ ਦਾ ਹਵਾਲਾ ਦਿੱਤਾ ਹੈ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ। 29 ਨਵੰਬਰ ਨੂੰ ਪਹਿਲਾਂ ਉਹਨਾਂ ਨੂੰ ਸੱਦਿਆ ਗਿਆ ਸੀ ਐਸਆਈਟੀ ਦੇ ਵੱਲੋਂ ਪੁੱਛਗਿੱਛ ਦੇ ਲਈ, ਲੇਕਿਨ ਉਸ ਦਿਨ ਵੀ ਖਰਾਬ ਸਿਹਤ ਦਾ ਹਵਾਲਾ ਦੇ ਕੇ ਸੁਮੇਧ ਸੈਣੀ ਪੇਸ਼ ਨਹੀਂ ਹੋਏ ਸੀ ਤੇ ਅੱਜ ਫਿਰ ਤੋਂ ਖਰਾਬ ਸਿਹਤ ਦਾ ਹਵਾਲਾ ਦੇ ਕੇ ਸੁਮੇਧ ਸੈਣੀ ਅੱਜ ਨਹੀਂ ਪਹੁੰਚ ਰਹੇ ਪੁੱਛਗਿੱਛ ਦੇ ਲਈ। ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਤਲਬ ਕੀਤਾ ਹੋਇਆ। ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਪੁੱਛਗਿੱਛ ਹੋਣੀ ਹੈ। ਸਾਲ 2015 ਦੇ ਵਿੱਚ ਗੋਲੀकांड ਵਾਪਰਿਆ ਸੀ ਜਿਸ ਵੇਲੇ ਸੁਮੇਧ ਸੈਣੀ ਡੀਜੀਪੀ ਸੀ ਤਾਂ ਤਤਕਾਲੀ ਡੀਜੀਪੀ ਸੁਮੇਧ ਸੈਣੀ ਤੋਂ ਪੁੱਛਗਿੱਛ ਹੋਣੀ ਹੈ। ਐਸਆਈਟੀ ਨੇ ਅੱਜ ਸੱਦਿਆ ਸੀ ਲੇਕਿਨ ਅੱਜ ਵੀ ਸੁਮੇਧ ਸਿੰਘ ਸੈਣੀ ਪੇਸ਼ ਨਹੀਂ ਹੋਣਗੇ। ਐਸਆਈਟੀ ਦੇ ਅੱਗੇ ਖਰਾਬ ਸਿਹਤ ਦਾ ਹਵਾਲਾ ਦਿੱਤਾ ਹੈ। ਇਸ ਤੋਂ ਪਹਿਲਾਂ 29 ਨਵੰਬਰ ਨੂੰ ਸੱਦਿਆ ਗਿਆ ਸੀ ਲੇਕਿਨ ਉਦੋਂ ਵੀ ਖਰਾਬ ਸਿਹਤ ਦਾ ਹਵਾਲਾ ਦੇ ਕੇ ਸੁਮੇਧ ਸੈਣੀ ਪੇਸ਼ ਨਹੀਂ ਹੋਏ ਸੀ। ਉਧਰ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਨੂੰ ਅਕਾਲ ਤਖਤ ਤੇ ਅੱਜ ਸੱਦਿਆ ਗਿਆ ਹੈ। ਅਕਾਲ ਤਖਤ ਤੇ ਅੱਜ ਪੇਸ਼ੀ ਹੋਣ ਜਾ ਰਹੀ ਹੈ। ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ। ਪ੍ਰਬੰਧਕੀ ਕਮੇਟੀ ਨੂੰ ਲੈ ਕੇ ਵੀ ਵਿਵਾਦ ਹੈ। ਵਿਵਾਦ ਨੂੰ ਦੇਖਦਿਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੂਰੇ ਪ੍ਰਬੰਧਕੀ ਬੋਰਡ ਨੂੰ ਤਲਬ ਕੀਤਾ ਹੈ, ਸੱਦਿਆ ਹੈ ਤਾਂ ਕਿ ਇਸ ਵਿਵਾਦ ਨੂੰ ਖਤਮ ਕੀਤਾ ਜਾਏ। ਚਿੰਤਾ ਜਤਾਈ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿ ਜਿਸ ਤਰੀਕੇ ਦਾ ਵਿਵਾਦ ਹੋ ਰਿਹਾ ਹੈ ਤੇ ਜਿਸ ਤਰੀਕੇ ਦੇ ਨਾਲ ਮੀਡੀਆ 'ਚ ਇਸ ਨੂੰ ਲੈ ਕੇ ਚਰਚਾਵਾਂ ਨੇ, ਉਸ ਤੋਂ ਬਾਅਦ ਇਸ ਨੂੰ ਲੈ ਕੇ ਮਸਲਾ ਹੱਲ ਕਰਨ ਦੀ ਜ਼ਰੂਰਤ ਹੈ ਤੇ ਪ੍ਰਬੰਧਕੀ ਬੋਰਡ ਦੇ ਸਾਰੇ ਮੈਂਬਰਾਂ ਨੂੰ ਸੱਦਿਆ ਗਿਆ ਹੈ। ਹਾਲ ਹੀ ਵਿੱਚ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਣੇ ਮਹਿੰਦਰਪਾਲ ਸਿੰਘ ਨੂੰ ਆਪਣਾ ਬਹੁਮਤ ਸਾਬਤ ਕਰਨ ਦੇ ਲਈ ਵੀ ਕਿਹਾ ਗਿਆ ਹੈ। ਵਿਵਾਦ ਨੂੰ ਦੇਖਦਿਆਂ ਅਕਾਲ ਤਖਤ ਨੇ ਅਗਲੇ ਹੁਕਮਾਂ ਤੱਕ ਗਿਆਨੀ ਬਲਦੇਵ ਸਿੰਘ ਨੂੰ ਜਥੇਦਾਰ ਵਜੋਂ ਸੇਵਾ ਸੌਂਪੀ ਹੈ, ਜਦਕਿ ਰਣਜੀਤ ਸਿੰਘ ਗੌਹਰ ਤੇ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰ ਵਜੋਂ ਸੇਵਾ ਨਿਭਾਉਣ ਤੋਂ ਲਾਂਭੇ ਕੀਤਾ ਗਿਆ ਹੈ। ਦਰਅਸਲ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਦੋ ਧੜਿਆਂ ਦੇ ਵਿੱਚ ਕਮੇਟੀ ਵੰਡੀ ਗਈ ਹੈ। ਇੱਕ ਧੜੇ ਦੇ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵਜੋਂ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਬਹਾਲ ਕਰ ਦਿੱਤਾ ਗਿਆ ਸੀ, ਜਦਕਿ ਦੂਸਰੇ ਧੜੇ ਵੱਲੋਂ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਸੀ ਤੇ ਇਸੇ ਖਿੱਚੋਤਾਣ ਦੇ ਵਿਚਾਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਭ ਨੂੰ ਤਲਬ ਕੀਤਾ ਹੈ ਤੇ ਇੱਥੋਂ ਤੱਕ ਕਿਹਾ ਹੈ ਕਿ ਜੇ ਕੋਈ ਮੈਂਬਰ ਕੋਈ ਬਹਾਨਾ ਬਣਾਉਂਦਾ ਹੈ ਤੇ ਪੇਸ਼ ਨਹੀਂ ਹੁੰਦਾ ਤਾਂ ਉਸ ਦੇ ਖਿਲਾਫ ਮਰਿਆਦਾ ਮੁਤਾਬਕ ਕਾਰਵਾਈ ਕੀਤੀ ਜਾਏਗੀ। ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜੋ ਪ੍ਰਬੰਧਕੀ ਬੋਰਡ ਦੇ ਮੈਂਬਰ ਨੇ, ਜੋ ਕਮੇਟੀਆਂ ਨੇ, ਉਹਨਾਂ ਦੇ ਵੱਲੋਂ ਅਹੁਦਿਆਂ ਦੇ ਲਾਲਚ ਦੇ ਵਿੱਚ ਆਪ ਹੁਦਰੀਆਂ ਕੀਤੀਆਂ ਜਾ ਰਹੀਆਂ ਨੇ। ਤਾਂ ਇਸ ਪੂਰੇ ਮਸਲੇ ਨੂੰ ਨਿਬੇੜਨ ਦੇ ਲਈ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੂਰੇ ਪ੍ਰਬੰਧਕੀ ਬੋਰਡ ਨੂੰ ਸੱਦਿਆ ਹੈ। ਰਾਜੀਵ ਸ਼ਰਮਾ ਸਾਡੇ ਸਹਿਯੋਗੀ ਜੁੜ ਚੁੱਕੇ ਨੇ। ਰਾਜੀਵ, ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ? ਮਸਲਾ ਮੰਨ ਸਕਦੇ ਹਾਂ ਕਿ ਹੱਲ ਹੋਏਗਾ ਕਿਉਂਕਿ ਪਿਛਲੇ ਦਿਨੀ ਜੋ ਤਸਵੀਰਾਂ ਸਾਹਮਣੇ ਆਈਆਂ ਸੀ, ਜੋ ਅਸੀਂ ਟੀਵੀ ਸਕਰੀਨ ਤੇ ਵੀ ਦਿਖਾ ਰਹੇ ਹਾਂ, ਜਥੇਦਾਰ ਰਣਜੀਤ ਸਿੰਘ ਗੌਹਰ ਜੋ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸੀ, ਉਹਨਾਂ ਦੇ ਲਈ ਦਰਵਾਜ਼ੇ ਬੰਦ ਕਰ ਦਿੱਤੇ ਗਏ ਸੀ ਤੇ ਕਾਫੀ ਦੇਰ ਤੱਕ ਉਹ ਬਾਹਰ ਬੈਂਚ ਤੇ ਬੈਠੇ ਰਹੇ ਸੀ ਤੇ ਉਹ ਜੋ ਤਸਵੀਰਾਂ ਸਾਹਮਣੇ ਆਈਆਂ ਉਸੇ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੂਰੇ ਪ੍ਰਬੰਧਕੀ ਬੋਰਡ ਨੂੰ ਸੱਦਿਆ ਹੈ।
ਜੀ ਬਿਲਕੁਲ ਅਰਸ਼ਦੀਪ, ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇੱਕ ਪਾਸੇ ਤਾਂ ਜੋ ਉਸ ਵੇਲੇ ਦੇ ਜਥੇਦਾਰ ਜਿਨ੍ਹਾਂ ਨੂੰ ਕਿ ਕਾਫੀ ਵੱਡੇ ਉਹਨਾਂ ਦੇ ਇਲਜ਼ਾਮ ਲੱਗੇ ਸੀ, ਉਹਨਾਂ ਨੂੰ ਪਹਿਲਾਂ ਹਟਾਇਆ ਗਿਆ, ਉਸ ਤੋਂ ਬਾਅਦ ਉਹਨਾਂ ਨੂੰ ਹੀ ਦੁਬਾਰਾ ਤੋਂ ਜਥੇਦਾਰ ਦੀ ਸੇਵਾ ਜਿਹੜੀ ਉਹ ਦਿੱਤੀ ਜਾਂਦੀ ਹੈ। ਫਿਰ ਉਹ ਜਦੋਂ ਅਕਾਲ ਤਖਤ ਸਾਹਿਬ ਤੇ ਮੀਟਿੰਗ ਹੁੰਦੀ ਹੈ ਉੱਥੇ ਪਹੁੰਚਦੇ ਨੇ। ਉਤੋਂ ਅਗਲੇ ਦਿਨ ਗਿਆਨੀ ਇਕਬਾਲ ਸਿੰਘ ਨੂੰ ਉੱਥੋਂ ਦਾ ਜਿਹੜਾ ਪ੍ਰਬੰਧਕੀ ਬੋਰਡ ਹੈ ਉਹ ਇਹ ਤੈਅ ਕਰਦਾ ਹੈ ਕਿ ਗਿਆਨੀ ਇਕਬਾਲ ਸਿੰਘ ਜੋ ਕਿ ਰਣਜੀਤ ਸਿੰਘ ਗੌਹਰ ਤੋਂ ਪਹਿਲਾਂ ਜਥੇਦਾਰ ਦੀ ਸੇਵਾ ਨਿਭਾ ਰਹੇ ਸੀ, ਉਹਨਾਂ ਨੂੰ ਮੁੜ ਤੋਂ ਜੋ ਹੈ ਜਥੇਦਾਰ ਦੇ ਅਹੁਦੇ ਤੇ ਤੈਨਾਤ ਕਰ ਦਿੱਤਾ ਗਿਆ ਸੀ। ਜਿੱਦਾਂ ਹੀ ਇਹ ਮਾਮਲਾ ਜਿਹੜਾ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਦੇ ਧਿਆਨ ਦੇ ਵਿੱਚ ਆਇਆ ਤਾਂ ਉਹਨਾਂ ਨੇ ਤੁਰੰਤ ਇਸ ਦਾ ਗੰਭੀਰ ਨੋਟਿਸ ਲਿਆ, ਕਿਉਂਕਿ ਇੱਥੇ ਸਭ ਤੋਂ ਜ਼ਰੂਰੀ ਗੱਲ ਜਾਣਨ ਵਾਲੀ ਇਹ ਹੈ ਕਿ ਪਟਨਾ ਸਾਹਿਬ ਸਿੱਖਾਂ ਦੇ 5 ਤਖਤਾਂ ਦੇ ਵਿੱਚੋਂ ਇੱਕ ਤਖਤ ਹੈ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਵੀ ਹੈ। ਤਾਂ ਉੱਥੋਂ ਜੇਕਰ ਇਸ ਤਰੀਕੇ ਦੀ ਕੋਈ ਗਲਤ ਅਸੀਂ ਕਹਿ ਸਕਦੇ ਕਿ ਜੇਕਰ ਲੋਕਾਂ ਦੇ ਵਿੱਚ ਅਜਿਹੀ ਜਾਣਕਾਰੀ ਜਾਂਦੀ ਹੈ ਤਾਂ ਉਸ ਦੇ ਨਾਲ ਇੱਕ ਦੁਵਿਧਾ ਵਾਲੀ ਸਥਿਤੀ ਜ਼ਰੂਰ ਬਣਦੀ ਹੈ। ਤਾਂ ਇਹੀ ਕਾਰਨ ਹੈ ਜੀ ਰਾਜੀਵ ਮੈਂ ਤੁਹਾਨੂੰ ਰੋਕਣਾ ਚਾਹਾਂਗੀ, ਜੁੜੇ ਰਹਿਣਾ ਸਾਡੇ ਨਾਲ। ਪਟਨਾ ਸਾਹਿਬ ਬੋਰਡ ਦੇ ਮੈਂਬਰ ਜੁੜ ਚੁੱਕੇ ਨੇ ਸੁਦੀਪ ਸਿੰਘ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਪੂਰੇ ਮਾਮਲੇ ਦਾ ਨੋਟਿਸ ਲਿਆ ਹੈ, ਜਿਸ ਕਿਸਮ ਦਾ ਵਿਵਾਦ ਪਿਛਲੇ ਦਿਨਾਂ 'ਚ ਨਜ਼ਰ ਆਇਆ ਹੈ ਤੇ ਉਹਨਾਂ ਨੇ ਇਸ ਸਾਰੇ ਕੁਝ ਤੇ ਚਿੰਤਾ ਵੀ ਜਤਾਈ ਹੈ। ਕੀ ਮੰਨਿਆ ਜਾ ਸਕਦਾ ਹੈ ਕਿ ਅੱਜ ਇਹ ਵਿਵਾਦ ਇਸ ਮੀਟਿੰਗ ਤੋਂ ਬਾਅਦ ਜਾਂ ਇਸ ਜੋ ਪੇਸ਼ ਹੋਣ ਦੇ ਲਈ ਕਿਹਾ ਗਿਆ ਉਸ ਤੋਂ ਬਾਅਦ ਇਹ ਹੱਲ ਹੁੰਦਾ ਨਜ਼ਰ ਆਏਗਾ, ਕਿਸੇ ਪਾਸੇ ਲੱਗੇਗਾ? ਜੀ ਬਿਲਕੁਲ, ਜਿਸ ਤਰੀਕੇ ਨਾਲ ਪਿਛਲੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ ਉਹਨੂੰ ਦੇਖਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਨੇ ਨੋਟਿਸ ਲਿਆ ਔਰ ਉਹਨਾਂ ਨੇ ਸਾਰੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਬੁਲਾਇਆ ਹੈਗਾ, ਉੱਥੇ ਜਿਹੜਾ ਪਹੁੰਚਣ ਵਾਸਤੇ ਕਿਹਾ ਸੀਗਾ ਔਰ ਕਿਹਾ ਗਿਆ ਸੀ ਕਿ ਜਿਹੜਾ ਨਹੀਂ ਪਹੁੰਚੇਗਾ ਉਸ ਤੇ ਸਖਤ ਕਾਰਵਾਈ ਕੀਤੀ ਜਾਏਗੀ। ਜਿਸ ਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਸਾਰੇ ਮੈਂਬਰ ਤਕਰੀਬਨ ਇੱਥੇ ਪਹੁੰਚ ਚੁੱਕੇ ਨੇ, ਜਿਹੜਾ ਕਿ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਹੈਗਾ ਕਿ ਸਾਰੇ ਮੈਂਬਰ ਜਿਹੜੇ ਨਹੀਂ ਵੀ ਪਹੁੰਚਦੇ ਸੀਗੇ ਉਹ ਵੀ ਸਾਰੇ ਇੱਥੇ ਪਹੁੰਚ ਚੁੱਕੇ ਨੇ। ਤੇ ਹੁਣ ਇੰਤਜ਼ਾਰ ਹੈ ਕਿ 12 ਵਜੇ ਜਦੋਂ ਜਥੇਦਾਰ ਜੀ ਬੁਲਾਉਣਗੇ ਸਾਰਿਆਂ ਨੂੰ ਕਿਸ ਤਰੀਕੇ ਦਾ ਫੈਸਲਾ ਲੈਂਦੇ ਨੇ, ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ 27, 28, 29 ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਜਿਹੜਾ ਕਿ ਤਖਤ ਸਾਹਿਬ ਦੇ ਵਿੱਚ ਇੱਕੋ ਇੱਕ ਮੇਨ ਜਿਹੜਾ ਪ੍ਰੋਗਰਾਮ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ ਉਹ ਜਿਹੜਾ ਸਿਰ ਦੇ ਉੱਤੇ ਹੈਗਾ ਔਰ ਦਿਨ ਬਿਲਕੁਲ ਨਹੀਂ ਰਹਿ ਗਏ। ਸੰਗਤਾਂ ਕਾਫੀ ਦੁਵਿਧਾ ਚ ਨੇ ਕਿ ਕਿਸ ਤਰੀਕੇ ਉੱਥੇ ਮਨਾਇਆ ਜਾਏਗਾ, ਕਿਸ ਤਰੀਕੇ ਪ੍ਰੋਗਰਾਮ ਹੋਣਗੇ, ਕਿਸ ਤਰ੍ਹਾਂ ਦੇ ਹਾਲਾਤ ਨੇ। ਤਾਂ ਉਸ ਨੂੰ ਦੇਖਦੇ ਹੋਏ ਸਭ ਤੋਂ ਵੱਡੀ ਗੱਲ ਇਹ ਹੋਏਗੀ ਕਿ ਕਿਸੇ ਤਰੀਕੇ ਦੀ ਸ਼ਾਂਤੀ ਬਹਾਲ ਕੀਤੀ ਜਾਏ। ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦੀ ਮਤਲਬ ਇਹੋ ਕੋਸ਼ਿਸ਼ ਮੇਰੇ ਖਿਆਲ ਲੱਗਦਾ ਕਿ ਰਹੇਗੀ ਕਿ ਕਿਸੇ ਤਰੀਕੇ ਸਭ ਨੂੰ ਇਕੱਠਾ ਕਰਕੇ ਇੱਕ ਗੁਰਪੁਰਬ ਮਨਾਉਣ ਵਾਸਤੇ ਜਿਹੜਾ ਸੁਖੇਲਾ ਮਾਹੌਲ ਜਿਹੜਾ ਉੱਥੇ ਬਣਾਇਆ ਜਾ ਸਕੇ। ਜੀ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਰਾਜੀਵ ਸ਼ਰਮਾ ਸਾਡੇ ਸਹਿਯੋਗੀ ਜੁੜੇ ਹੋਏ ਸੀ। ਰਾਜੀਵ, ਤੁਹਾਡਾ ਵੀ ਸ਼ੁਕਰੀਆ। ਤਾਂ ਕੋਸ਼ਿਸ਼ ਹੋ ਰਹੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਕਿ ਇਸ ਪੂਰੇ ਮਸਲੇ ਨੂੰ ਸੁਲਝਾਇਆ ਜਾਵੇ। ਜਿਸ ਤਰੀਕੇ ਦਾ ਵਿਵਾਦ ਪਿਛਲੇ ਸਮੇਂ ਦੇ ਵਿੱਚ ਨਜ਼ਰ ਆਇਆ ਹੈ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਤੇ ਚਿੰਤਾ ਵੀ ਜਤਾਈ ਹੈ ਤੇ ਨਾਲ ਹੀ ਤਲਬ ਕੀਤਾ ਹੈ ਸਾਰੇ ਪ੍ਰਬੰਧਕੀ ਬੋਰਡ ਨੂੰ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ। ਉਧਰ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ। ਰੰਧਾਵਾ ਨੂੰ ਰਾਜਸਥਾਨ ਕਾਂਗਰਸ ਦਾ ਇੰਚਾਰਜ ਥਾਪਿਆ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਹਾਈਕਮਾਂਡ ਦੀਆਂ ਉਮੀਦਾਂ ਤੇ ਖਰਾ ਉਤਰਾਂਗਾ। ਪਰਿਵਾਰ ਦੇ ਤੌਰ ਤੇ ਕਾਂਗਰਸ ਚੱਲਦੀ ਹੈ ਤੇ ਰਾਜਸਥਾਨ ਦੇ ਵਿੱਚ ਮੇਰੇ ਸਾਹਮਣੇ ਕੋਈ ਚੈਲੰਜ ਨਹੀਂ ਹੈ। ਸੁਖਜਿੰਦਰ ਰੰਧਾਵਾ ਸਾਬਕਾ ਡਿਪਟੀ ਸੀਐਮ, ਉਹਨਾਂ ਨੂੰ ਹੁਣ ਰਾਜਸਥਾਨ ਕਾਂਗਰਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਰਾਜਸਥਾਨ ਕਾਂਗਰਸ ਦਾ ਇੰਚਾਰਜ ਲਗਾਇਆ ਗਿਆ ਹੈ ਤੇ ਉਸਨੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਉਹ ਹਾਈਕਮਾਂਡ ਦੀਆਂ ਉਮੀਦਾਂ ਤੇ ਪੂਰਾ ਖਰਾ ਉਤਰਨਗੇ। ਦੱਸ ਦਈਏ ਕਿ ਰਾਜਸਥਾਨ ਤੋਂ ਇਲਾਵਾ ਛੱਤੀਸਗੜ੍ਹ ਤੇ ਹਰਿਆਣਾ ਦੇ ਵੀ ਨਵੇਂ ਇੰਚਾਰਜ ਨਿਯੁਕਤ ਕੀਤੇ ਗਏ ਨੇ। ਕੁਮਾਰੀ ਸੈਲਜਾ ਛੱਤੀਸਗੜ੍ਹ ਅਤੇ ਸ਼ਕਤੀ ਸਿੰਘ ਗੋਹਿਲ ਹਰਿਆਣਾ ਦੀ ਜ਼ਿੰਮੇਵਾਰੀ ਸੰਭਾਲਣਗੇ। ਸੁਖਜਿੰਦਰ ਰੰਧਾਵਾ ਪੰਜਾਬ ਦੇ ਸਾਬਕਾ ਡਿਪਟੀ ਸੀਐਮ, ਉਹਨਾਂ ਨੂੰ ਰਾਜਸਥਾਨ ਕਾਂਗਰਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮੁਬਾਰਕਬਾਦ ਦਿੱਤੀ ਹੈ ਸੁਖਜਿੰਦਰ ਰੰਧਾਵਾ ਨੂੰ। ਲਿਖਿਆ ਹੈ ਕਿ ਰਾਜਸਥਾਨ ਕਾਂਗਰਸ ਦੇ ਇੰਚਾਰਜ ਬਣਨ ਤੇ ਸੁਖਜਿੰਦਰ ਰੰਧਾਵਾ ਜੀ ਨੂੰ ਬਹੁਤ ਮੁਬਾਰਕਬਾਦ। ਮੈਨੂੰ ਯਕੀਨ ਹੈ ਕਿ ਰਾਜਸਥਾਨ ਇਕਾਈ ਨੂੰ ਤੁਹਾਡੇ ਤਜਰਬੇ ਤੋਂ ਬਹੁਤ ਕੁਝ ਹਾਸਲ ਹੋਵੇਗਾ। ਤੁਹਾਨੂੰ ਬਹੁਤ ਸ਼ੁਭਕਾਮਨਾਵਾਂ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸੁਖਜਿੰਦਰ ਰੰਧਾਵਾ ਨੂੰ ਮੁਬਾਰਕਾਂ ਦਿੱਤੀਆਂ ਨੇ। ਸੁਖਜਿੰਦਰ ਰੰਧਾਵਾ ਨੂੰ ਰਾਜਸਥਾਨ ਕਾਂਗਰਸ ਦਾ ਇੰਚਾਰਜ ਲਾਇਆ ਗਿਆ ਹੈ। ਸੁਖਜਿੰਦਰ ਰੰਧਾਵਾ ਸਾਬਕਾ ਡਿਪਟੀ ਸੀਐਮ, ਸਾਬਕਾ ਗ੍ਰਹਿ ਮੰਤਰੀ ਪੰਜਾਬ ਦੇ, ਉਹਨਾਂ ਨੂੰ ਹੁਣ ਰਾਜਸਥਾਨ ਕਾਂਗਰਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਨਿਊਜ਼ 18 ਦੇ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਨੇ ਇਹ ਵੀ ਕਿਹਾ ਕਿ ਰਾਜਸਥਾਨ ਉਹਨਾਂ ਦੇ ਲਈ ਕੋਈ ਨਵਾਂ ਨਹੀਂ, ਉਹਨਾਂ ਦਾ ਪਰਿਵਾਰਕ ਰਿਸ਼ਤਾ ਰਿਹਾ ਹੈ। ਉਹਨਾਂ ਦੇ ਦਾਦਾ ਜੀ ਕੋਟਾ ਦੇ ਵਿੱਚ ਰਹਿੰਦੇ ਰਹੇ ਨੇ, ਜਿਸ ਕਰਕੇ ਰਾਜਸਥਾਨ ਉਹਨਾਂ ਦੇ ਲਈ ਨਵਾਂ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਇੱਕ ਪਰਿਵਾਰ ਦੀ ਤਰ੍ਹਾਂ ਚੱਲਦੀ ਹੈ ਤੇ ਉਹ ਹਾਈਕਮਾਂਡ ਦੀਆਂ ਉਮੀਦਾਂ ਤੇ ਖਰਾ ਉਤਰਨਗੇ। ਸੁਖਜਿੰਦਰ ਰੰਧਾਵਾ ਸਾਡੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ। ਰੰਧਾਵਾ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਕਾਂਗਰਸ ਨੇ ਦਿੱਤੀ ਹੈ, ਰਾਜਸਥਾਨ ਕਾਂਗਰਸ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ।
ਕਿਵੇਂ ਦੇਖਦੇ ਹੋ ਇਸ ਨੂੰ ਤੇ ਕਿਸ ਤਰੀਕੇ ਦੇ ਨਾਲ ਰਾਜਸਥਾਨ ਕਾਂਗਰਸ ਦੇ ਵਿੱਚ ਸੇਵਾਵਾਂ ਨਿਭਾਓਗੇ? ਦੇਖੋ, ਪਹਿਲਾਂ ਤੇ ਮੈਂ ਖੜਗੇ ਜੀ ਜੋ ਸਾਡੇ AICC ਦੇ ਪ੍ਰੈਜ਼ੀਡੈਂਟ, ਉਹਨਾਂ ਦਾ ਧੰਨਵਾਦ ਕਰਦਾ, ਸੋਨੀਆ ਜੀ, ਰਾਹੁਲ ਜੀ ਦਾ ਜੀ। ਔਰ ਉਸ ਟਾਈਮ ਤੇ ਕੀਤੇ ਆ ਕਿਉਂਕਿ ਯਾਤਰਾ ਵੀ ਅੱਜ ਜਿਹੜੀ ਆ ਉੱਥੇ ਐਂਟਰ ਕਰ ਗਈ ਰਾਜਸਥਾਨ 'ਚ। ਔਰ ਜਿਹੜੀ ਕਾਂਗਰਸ ਰਾਜਸਥਾਨ 'ਚ, ਕਾਂਗਰਸ ਹਮੇਸ਼ਾ ਹੀ ਮਜ਼ਬੂਤ ਰਹੀ ਹੈ ਜੀ। ਤੇ ਮੇਰੇ ਖਿਆਲ ਹੈ ਕਿ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਬਹੁਤ ਸੋਚ ਸਮਝ ਕੇ ਔਰ ਦੇਖ ਕੇ ਉਹਨਾਂ ਨੇ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਆ, ਤੇ ਮੈਂ ਦਿਲੋਂ ਵੀ ਕਾਂਗਰਸੀ ਹਾਂ ਔਰ ਮਨ ਤੋਂ ਔਰ ਦਿਮਾਗ ਤੋਂ, ਔਰ ਮੇਰਾ ਬਲੱਡ ਜਿਹੜਾ ਕਾਂਗਰਸੀ ਆ ਤੇ ਕਾਂਗਰਸ ਤੇ ਹੀ ਉੱਥੇ ਜਿਹੜੀ ਪ੍ਰਾਇੋਰਟੀ ਰੱਖੀ ਜਾਏਗੀ। ਕੋਈ ਗਰੁੱਪਿਜ਼ਮ 'ਚ ਬਿਲਕੁਲ ਨਹੀਂ ਕੋਈ ਗੱਲ ਕੀਤੀ ਜਾਏਗੀ, ਵਰਕਰਸ ਦਾ ਖਿਆਲ ਰੱਖਿਆ ਜਾਏਗਾ ਜੀ। ਜੋ ਚੀਜ਼ਾਂ ਪੰਜਾਬ ਦੇ ਵਿੱਚ ਵਾਪਰੀਆਂ, ਤੁਹਾਨੂੰ ਲੱਗਦਾ ਕਿ ਉਹ ਜਿਹੜਾ ਤਜਰਬਾ ਰਿਹਾ ਹੈ ਉਸ ਦਾ ਫਾਇਦਾ ਮਿਲੇਗਾ ਤੁਹਾਨੂੰ ਰਾਜਸਥਾਨ ਦੇ ਵਿੱਚ? ਬਿਲਕੁਲ। ਦੇਖੋ, ਜਿਹੜੀਆਂ ਇੱਥੇ ਜਿਹੜੀਆਂ ਹੋਈਆਂ ਉਹ ਗਲਤੀਆਂ ਉੱਥੇ ਨਹੀਂ ਦੁਹਰਾਈਆਂ ਜਾਣਗੀਆਂ ਔਰ ਹਾਈਕਮਾਂਡ ਨੂੰ ਦੱਸਿਆ ਜਾਏਗਾ ਕਿ ਕਿੱਥੇ ਗਲਤੀ ਆ। ਜੇ ਬੰਦਾ ਆਨੈਸਟਲੀ ਕੰਮ ਕਰੇ ਜਾਂ ਹਾਈਕਮਾਂਡ ਨੂੰ ਜੋ ਠੀਕ ਗੱਲ ਦੱਸੇ, ਤੇ ਮੇਰੇ ਖਿਆਲ ਕਦੀ ਵੀ ਕਿਸੇ ਵੀ ਪਾਰਟੀ ਦਾ ਕੋਈ ਨੁਕਸਾਨ ਨਹੀਂ ਹੁੰਦਾ। ਔਰ ਸੱਚਾਈ ਜਿਹੜੀ ਆ ਉਹ ਸਾਨੂੰ ਸਾਹਮਣੇ ਲੈ ਕੇ ਆਉਣੀ ਪਏਗੀ, ਵਰਕਰਸ ਦੇ ਸਾਹਮਣੇ ਵੀ ਔਰ ਪਾਰਟੀ ਹਾਈਕਮਾਂਡ ਦੇ ਸਾਹਮਣੇ ਸੱਚਾਈ ਦੱਸਣੀ ਪਏਗੀ। ਜਿਵੇਂ ਤੁਸੀਂ ਖੁਦ ਹੀ ਜ਼ਿਕਰ ਕੀਤਾ ਕਿ ਜਿਸ ਤਰੀਕੇ ਦੇ ਨਾਲ ਧੜੇਬੰਦੀ ਹੁੰਦੀ ਹੈ ਉਹ ਉਸ ਚੀਜ਼ ਦੇ ਵਿੱਚ ਤੁਸੀਂ ਨਹੀਂ ਜਾਓਗੇ, ਲੇਕਿਨ ਇਹ ਚੀਜ਼ ਕਾਂਗਰਸ ਦੇ ਵਿੱਚ ਤਕਰੀਬਨ ਹਰ ਸੂਬੇ ਦੇ ਵਿੱਚ ਨਜ਼ਰ ਆਉਂਦੀ ਹੈ, ਤਾਂ ਇਸ ਨੂੰ ਲੈ ਕੇ ਰਾਜਸਥਾਨ ਦੇ ਵਿੱਚ ਤੁਸੀਂ ਕੀ ਕਦਮ ਚੁੱਕੋਗੇ? ਦੇਖੋ, ਹਰ ਸੂਬੇ ਦੇ ਵਿੱਚ ਧੜੇਬੰਦੀ ਹੁੰਦੀ ਆ ਔਰ ਜਿਹੜਾ ਉੱਥੇ ਇੰਚਾਰਜ ਲਾਇਆ ਜਾਂਦਾ, ਅਗਰ ਉਹਦੇ 'ਚ ਉਹ ਧੜੇਬੰਦੀ ਦੇ ਵਿੱਚ ਨਹੀਂ, ਫਿਰ ਤੇ ਧੜੇਬੰਦੀ ਖਤਮ ਹੋ ਜਾਏਗੀ। ਜੋ ਆਪ ਜਾ ਕੇ ਗਰੁੱਪਿਜ਼ਮ 'ਚ ਪੈ ਜਾਏਗਾ ਤੇ ਕਦੀ ਵੀ ਗਰੁੱਪਿਜ਼ਮ ਖਤਮ ਨਹੀਂ ਹੋਏਗਾ। ਉਹਨੂੰ ਬੜਾ ਪਾਰਸ਼ੈਲਿਟੀ ਬਿਲਕੁਲ ਨਹੀਂ ਕਰਨੀ ਪਏਗੀ, ਇੰਪਾਰਸ਼ਲ ਹੋ ਕੇ, ਔਰ ਹਰ ਆਦਮੀ ਦਾ ਜੋ ਜਿਸ ਦਾ ਡਿਊ ਆ ਉਹਨੂੰ ਦਿੱਤਾ ਜਾਏਗਾ। ਜਿਹੜਾ ਪਾਰਟੀ ਦਾ ਨਹੀਂ ਕੰਮ ਕਰਦਾ ਉਹਦਾ ਵੀ ਹਾਈਕਮਾਂਡ ਨੂੰ ਦੱਸਿਆ ਜਾਏਗਾ ਕਿ ਪਾਰਟੀ ਲਈ ਨੁਕਸਾਨ ਕਰਦਾ, ਫਿਰ ਪਾਰਟੀ ਜਿਹੜੀ ਆ ਉਹ ਚੱਲਦੀਆਂ ਨੇ। ਜੀ। ਸ਼ੁਰੂਆਤੀ ਕਦਮ ਕੀ ਹੋਣਗੇ, ਕਿਉਂਕਿ ਤੁਹਾਨੂੰ ਤਾਜ਼ੀ ਜ਼ਿੰਮੇਵਾਰੀ ਮਿਲੀ ਹੈ, ਲੇਕਿਨ ਸ਼ੁਰੂਆਤੀ ਕਦਮ ਕੀ ਹੋਣਗੇ, ਤੁਸੀਂ ਇਸ ਦੇ ਬਾਰੇ ਸੋਚਿਆ? ਅਜੇ ਤੇ ਸ਼ਾਮ ਨੂੰ ਜਾਵਾਂਗਾ, ਅਜੇ ਉੱਥੋਂ ਦਾ ਦੇਖਾਂਗਾ, ਤੇ ਫਿਰ ਉਹਦੇ ਬਾਅਦ ਸਟੈਪਸ ਜਿਹੜੇ ਸਾਰੇ ਗਰੁੱਪ ਜਿਹੜੇ ਨੇ ਹਰ ਆਦਮੀ ਨੂੰ ਡਿਸਟ੍ਰਿਕਟ ਤੋਂ ਸਟਾਰਟ ਕਰਾਂਗੇ। ਔਰ ਜੋ ਵੀ ਉਹਨਾਂ ਦੀਆਂ, ਕਿਉਂਕਿ ਜਿਹੜੀ ਗਵਰਨਮੈਂਟ ਜਦੋਂ ਹੁੰਦੀ ਹੈ ਲੋਕਾਂ ਨੂੰ ਨਾਰਾਜ਼ਗੀ ਵੀ ਹੁੰਦੀ ਹੈ, ਕਈ ਨਾਰਾਜ਼ ਹੁੰਦੇ, ਕਈ ਖੁਸ਼ ਹੁੰਦੇ ਆ, ਉਹ ਸਾਰਿਆਂ ਨੂੰ ਬੈਲੈਂਸ ਕਰਨਾ ਪਏਗਾ। ਰੰਧਾਵਾ ਜੀ, ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ, ਜਿਸ ਤਰੀਕੇ ਦੇ ਨਾਲ ਚੋਣਾਂ ਹੋਈਆਂ ਨੇ ਦੂਸਰੇ ਸੂਬਿਆਂ ਦੇ ਵਿੱਚ ਵੀ, ਤਾਂ ਇੰਚਾਰਜ ਦੀ ਕਿਤੇ ਨਾ ਕਿਤੇ ਜ਼ਿਆਦਾ ਜ਼ਿੰਮੇਵਾਰੀ ਵੱਧ ਜਾਂਦੀ ਹੈ ਜਦੋਂ ਚੋਣਾਂ ਹੁੰਦੀਆਂ ਨੇ ਕਿਸੇ ਵੀ ਸੂਬੇ ਦੇ ਵਿੱਚ, ਤੇ ਤੁਹਾਨੂੰ ਹੁਣ ਇਹ ਜ਼ਿੰਮੇਵਾਰੀ ਮਿਲੀ ਹੈ ਰਾਜਸਥਾਨ ਦੇ ਲਈ, ਤਾਂ ਉਮੀਦ ਕਰਦੇ ਹੋ ਕਿ ਰਾਜਸਥਾਨ ਦੇ ਵਿੱਚ ਸਟਰੋਂਗ ਰਹੇਗੀ ਕਾਂਗਰਸ? ਦੇਖੋ, ਕਾਂਗਰਸ ਪਹਿਲਾਂ ਵੀ ਸਟਰੋਂਗ ਹੈ। ਕਾਂਗਰਸ ਨੂੰ ਕਦੀ ਲੋਕ ਨਹੀਂ ਹਰਾਉਂਦੇ। ਅਗਰ ਕੋਈ ਨੁਕਸਾਨ ਹੁੰਦਾ ਤੇ ਕਾਂਗਰਸੀ ਇੱਕ ਦੂਜੇ ਦੀ ਆਪੋਜੀਸ਼ਨ ਕਰਦੇ, ਉਹ ਨਹੀਂ ਹੋਣ ਦਿਆਂਗੇ। ਉਹ ਜਿਹੜੀ ਜੋ ਪੰਜਾਬ 'ਚ ਹੋਇਆ ਉਹ ਰਿਪੀਟ ਨਹੀਂ ਹੋਣ ਦਾਂਗੇ। ਉਹਦੇ ਪੰਜਾਬ ਤੋਂ ਮੈਂ ਬਹੁਤ ਕੁਝ ਸਿੱਖਿਆ, ਉਹ ਚੀਜ਼ਾਂ ਨਹੀਂ ਹੋਣ ਦਿਆਂਗੇ। ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਇਹ ਚੀਜ਼ਾਂ ਹੋਈਆਂ ਨੇ, ਉਸ ਤੋਂ ਤੁਸੀਂ ਸਿੱਖਿਆ ਵੀ ਹੈ, ਤਾਂ ਪੰਜਾਬ ਦੇ ਵਿੱਚ ਵੀ ਕੀ ਇਸ ਨੂੰ ਲੈ ਕੇ ਹੁਣ ਕਾਂਗਰਸ ਕੰਮ ਕਰ ਰਹੀ ਹੈ ਇਸ ਸਭ ਦੇ ਉੱਤੇ? ਪੰਜਾਬ 'ਚ ਕਾਂਗਰਸ ਜਿਹੜੀ ਹੈ ਬਿਲਕੁਲ ਯੂਨਾਈਟ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਅਜੇ ਤੱਕ ਤਾਂ ਅਸੀਂ ਯੂਨਾਈਟ ਹੈ, ਨਜ਼ਰ ਨਾ ਲੱਗ ਜਾਵੇ, ਠੀਕ ਨਹੀਂ, ਅਜੇ ਤੱਕ ਯੂਨਾਈਟ ਹੈ ਸਾਰੇ ਪੰਜਾਬ 'ਚ। ਚਲੋ, ਸ਼ੁਕਰੀਆ ਸੁਖਜਿੰਦਰ ਰੰਧਾਵਾ ਜੀ ਸਾਡੇ ਨਾਲ ਜੁੜਨ ਦੇ ਲਈ। ਸੁਖਜਿੰਦਰ ਰੰਧਾਵਾ, ਸਾਬਕਾ ਡਿਪਟੀ CM, ਸਾਬਕਾ ਗ੍ਰਹਿ ਮੰਤਰੀ ਪੰਜਾਬ, ਰਾਜਸਥਾਨ ਕਾਂਗਰਸ ਦੀ ਹੁਣ ਜ਼ਿੰਮੇਵਾਰੀ ਸਾਂਭਣਗੇ। ਰਾਜਸਥਾਨ ਕਾਂਗਰਸ ਦੇ ਇੰਚਾਰਜ ਉਹਨਾਂ ਨੂੰ ਲਾਇਆ ਗਿਆ ਹੈ। ਨਿਊਜ਼ 18 ਤੇ ਜੁੜੇ ਉਹਨਾਂ ਨੇ ਇਸ ਜ਼ਿੰਮੇਵਾਰੀ ਦੇ ਲਈ ਜਿੱਥੇ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ, ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਹਾਈਕਮਾਂਡ ਦੇ ਵੱਲੋਂ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਤੇ ਉਹ ਖਰਾ ਉਤਰਨਗੇ, ਤੇ ਉਹਨਾਂ ਨੇ ਕਿਹਾ ਕਿ ਜੋ ਚੀਜ਼ਾਂ ਪੰਜਾਬ ਦੇ ਵਿੱਚ ਵਾਪਰੀਆਂ ਨੇ ਕਾਂਗਰਸ ਦੇ ਵਿੱਚ, ਉਹਨਾਂ ਨੇ ਸਿੱਖਿਆ ਹੈ, ਧੜੇਬੰਦੀ ਨਹੀਂ ਹੋਣ ਦੇਣਗੇ। ਰਾਜਸਥਾਨ ਦੇ ਵਿੱਚ ਇੰਪਾਰਸ਼ਲ ਹੋ ਕੇ ਰਾਜਸਥਾਨ ਕਾਂਗਰਸ ਦੀ ਇਸ ਜ਼ਿੰਮੇਵਾਰੀ ਨੂੰ ਸਾਂਭਣਗੇ। ਜਿੱਥੇ ਜਿਸ ਦਾ ਡਿਊ ਹੈ ਉਸ ਨੂੰ ਮਿਲੇਗਾ, ਜਿੱਥੇ ਕਿਸੇ ਦੀ ਗਲਤੀ ਹੈ ਜਾਂ ਕਿਸੇ ਦੇ ਵੱਲੋਂ ਕੋਈ ਗੜਬੜ ਕੀਤੀ ਜਾਂਦੀ ਹੈ ਤਾਂ ਉਸ ਦੇ ਬਾਰੇ ਵੀ ਉਹ ਹਾਈਕਮਾਂਡ ਨੂੰ ਦੱਸਣਗੇ। ਇਸ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਲਈ ਸੁਖਜਿੰਦਰ ਰੰਧਾਵਾ ਅੱਜ ਰਾਜਸਥਾਨ ਦੇ ਲਈ ਵੀ ਰਵਾਨਾ ਹੋ ਰਹੇ ਨੇ।